ਨਿਹਚਲ ਚੌਰ ਛਤ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਦੀਨ ਦਿਆਲ ਭਗਤ ਵਛਲ ਪਤਿਤ ਪਾਵਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ ਸਾਹਿਬ ਕਮਾਲ ਵਾਲੀਏ ਦੋ ਜਹਾਨ। ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਹੀ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ। ਆਪ ਸਭ ਮਾਈ ਭਾਈ ਗੁਰੂ ਪਿਆਰੇ ਗੁਰੂ ਸਵਾਰੇ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜੋ ਕਿ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤੇਗ ਬਹਾਦਰ ਸਿਮਰਿਆ ਕਰ ਨੌ ਨਿਧਿ ਆਵੈ ਧਾਏ। ਦੀਨ ਦਿਆਲ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਜੀ ਦਿੱਲੀ ਵਿਖੇ ਗੁਰੂ ਕੀਆਂ ਸੰਗਤਾਂ ਦੂਰੋਂ ਨੇੜਿਓਂ ਪਿੰਡਾਂ ਸ਼ਹਿਰਾਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੀਆਂ ਹੈ। ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਸੀਸ ਝੁਕਾ ਕਰਕੇ ਅਰਦਾਸ ਬੇਨਤੀ ਕਰਕੇ ਆਪਣੇ ਮਨ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸਾਰੀਆਂ ਸੰਗਤਾਂ ਸੰਪੂਰਨ ਕਰ ਰਹੀਆਂ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਬਹੁਤ ਹੀ ਮਹਾਨ ਪਵਿੱਤਰ ਅਸਥਾਨ ਹੈ, ਜਿੱਥੇ ਮਹਾਰਾਜ ਜੀ ਨੇ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨ ਦੀਆ। ਸੱਚੇ ਪਾਤਸ਼ਾਹ ਜੀ ਨੇ ਜੋ ਬਚਨ ਕੀਤੇ ਸੀ ਛੇਵੇਂ ਪਾਤਸ਼ਾਹ ਜੀ ਨੇ ਕਿ ਨਾਨਕੀ ਜੀ ਆਪਣੇ ਸਪੁੱਤਰ ਦੀ ਚਿੰਤਾ ਨਾ ਕਰੋ, ਇਹ ਤਾਂ ਧਰਮ ਦੇ ਥੰਮ ਦੇਣ ਵਾਲੇ ਹੋਣਗੇ ਅਤੇ ਇਹ ਬਹੁਤ ਮਹਾਨ ਕਰਨੀ ਨੂੰ ਕਰ ਜਾਣਗੇ, ਜਿਸ ਕਰਨੀ ਨੂੰ ਨਾ ਕਿਸੇ ਨੇ ਅੱਜ ਤੱਕ ਕੀਤਾ ਨਾ ਕੋਈ ਕਰ ਹੀ ਸਕੇਗਾ। ਕਿਉਂਕਿ ਹਰ ਕੋਈ ਸਾਧ ਸੰਗਤ ਜੀ ਆਪਣੇ ਲਈ ਕਰਦਾ, ਆਪਣਿਆਂ ਲਈ ਕਰਦਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਸੱਚੇ ਪਾਤਸ਼ਾਹ ਜੀ ਹੈ ਜਿਨ੍ਹਾਂ ਨੇ ਦੂਸਰਿਆਂ ਦਾ ਧਰਮ ਬਚਾਉਣ ਵਾਸਤੇ ਇਹ ਕਿਰਪਾ ਕੀਤੀ ਸੀ। ਅਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਠੀਕਰ ਫੋਰ ਦਲੀਸ ਸਿਰ ਪ੍ਰਭੁ ਰਖੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਨਾ ਸੰਗਤ ਜੀ, ਖਾਲਸਾ ਜੀ, ਇਹ ਕਿਸੇ ਨੇ ਅੱਜ ਤੱਕ ਨਹੀਂ ਇਹ ਕਾਰਜ ਕੀਤਾ ਹੈ।
ਇਸੇ ਕਰਕੇ ਜਦੋਂ ਮਹਾਰਾਜ ਨੇ ਇਸ ਧਰਤੀ 'ਤੇ ਬਲੀਦਾਨ ਦਿੱਤਾ ਸੀ ਸੀਸ ਦਾ, ਤੇ ਉਸ ਵੇਲੇ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਇਸ ਧਰਤੀ 'ਤੇ ਸੋਗ ਗਾਂ ਪੈ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨਾਲ ਜੋ ਔਰੰਗਜ਼ੇਬ ਨੇ ਕੀਤਾ, ਇਹਦੀ ਇਹਨੂੰ ਭੁਗਤਣੀ ਪਏਗੀ। ਤੇ ਉਸ ਦੇਵਤਿਆਂ ਦੇ ਲੋਕ ਵਿੱਚ ਤੇ ਇਹ ਜੈ ਜੈਕਾਰਾਂ ਹੋਣ ਲੱਗ ਪਈਆਂ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਨਿਜ ਸਥਾਨ ਸੱਚਖੰਡ ਦੀ ਧਰਤੀ 'ਤੇ ਆ ਰਹੇ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਆਪਣਾ ਨਾਮ ਵੀ ਸਾਧ ਸੰਗਤ ਜੀ ਆਪ ਰੱਖਿਆ ਸੀ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੋਇਆ, ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਿਰਾਜਮਾਨ ਸਨ। ਤੇ ਮਾਤਾ ਸਾਹਿਬ ਜੀ, ਮਾਤਾ ਨਾਨਕੀ ਜੀ ਨੇ ਦਾਸੀ ਨੂੰ ਚੁਕਾਇਆ ਹੋਇਆ ਹੈ ਸਤਿਗੁਰਾਂ ਨੂੰ। ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਦੋਂ ਗਏ ਨਾਮਕਰਨ ਕਰਨ, ਮਾਤਾ ਜੀ ਨੇ ਮੱਥਾ ਟੇਕਿਆ, ਦਾਸੀ ਨੇ ਮੱਥਾ ਟੇਕਿਆ। ਤੇ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਛੇਵੇਂ ਪਾਤਸ਼ਾਹ ਜੀ ਵੱਲ ਅੱਗੇ ਵੱਲ ਨੂੰ ਕਰ ਲੱਗੇ, ਤੇ ਮਾਤਾ ਸਾਹਿਬ ਜੀ ਨੇ ਕਿਹਾ, ਗੁਰੂ ਸਾਹਿਬ ਜੀ ਮਹਾਰਾਜ ਇਹਨਾਂ ਦਾ ਨਾਮ ਰੱਖਣਾ ਹੈ। ਉਸ ਵੇਲੇ ਬਚਪਨੇ ਵਿੱਚ ਛੋਟੇ ਜਿਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੋ ਸ੍ਰੀ ਸਾਹਿਬਾਂ ਪਹਿਨੀਆਂ ਹੋਈਆਂ ਸੀ ਮੀਰੀ ਦੇ ਪੀਰੀ ਦੀਆਂ, ਇੱਕ ਸ੍ਰੀ ਸਾਹਿਬ ਦੇ ਮੁੱਠੇ ਨੂੰ ਹੱਥ ਪਾ ਲਿਆ ਮਹਾਰਾਜ ਜੀ ਨੇ। ਤੇ ਜਦੋਂ ਹੱਥ ਪਾਇਆ, ਛੇਵੇਂ ਪਾਤਸ਼ਾਹ ਮਹਾਰਾਜ ਹੱਸ ਪਏ, ਮੁਸਕਰਾਏ, ਕਹਿੰਦੇ ਨਾਨਕੀ ਜੀ ਇਹਨਾਂ ਦਾ ਨਾਮ ਅਸੀਂ ਕੀ ਰੱਖਣਾ, ਇਹਨਾਂ ਨੇ ਆਪਣਾ ਨਾਮ ਆਪੇ ਹੀ ਰੱਖ ਲਿਆ ਹੈ। ਕਹਿੰਦੇ ਆ ਮਾਤਾ ਜੀ ਕਹਿਣ ਲੱਗੇ, ਮਹਾਰਾਜ ਇਹਦਾ ਕੀ ਮਤਲਬ? ਗੁਰੂ ਸਾਹਿਬ ਕਹਿੰਦੇ ਇਹਨਾਂ ਨੇ ਨਾਮ ਆਪਣਾ ਰੱਖ ਲਿਆ ਹੈ ਤੇਗ ਬਹਾਦਰ, ਇਹ ਤੇਗ ਦੀ ਬਹਾਦਰੀ ਕਰਨਗੇ। ਤੇ ਇਹੋ ਜਿਹੀ ਤੇਗ ਦੀ ਬਹਾਦਰੀ ਕਰਨਗੇ ਕਿ ਜ਼ੁਲਮ ਦੀ ਤੇਗ ਖੁੰਡੀ ਪੈ ਜਾਊਗੀ, ਇਹਨਾਂ ਦਾ ਸੀਸ ਕਲਮ ਨਾ ਕਰ ਸਕੋਗੇ। ਵੇਖ ਲਓ ਉਹੀਓ ਕਾਰਜ ਸਭ ਹੋਇਆ। ਸਾਧ ਸੰਗਤ ਜੀ, ਇਹ ਉਹ ਪਾਵਨ ਅਸਥਾਨ ਹੈ ਜਿੱਥੇ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਬੇਅੰਤ ਸੰਗਤਾਂ ਉਸ ਸਮੇਂ ਤੋਂ ਹਾਜ਼ਰੀਆਂ ਭਰਦੀਆਂ ਆ ਰਹੀਆਂ। ਅੱਜ ਤੱਕ ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਬੇਅੰਤ ਸੰਗਤਾਂ ਦੀ ਹਾਜ਼ਰੀ ਲੱਗ ਰਹੀ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਕਿ ਸਾਡਾ ਆਇਆ ਸਫਲਾ ਕਰ ਦੇਣ, ਸਾਡੀ ਯਾਤਰਾ ਸਫਲ ਕਰਨ। ਸੋ ਸਾਧ ਸੰਗਤ ਜੀ, ਇਸ ਪਾਵਨ ਅਸਥਾਨ 'ਤੇ ਰੋਜ਼ਾਨਾ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਸਰਵਣ ਕਰਵਾਈ ਜਾਂਦੀ ਹੈ। ਜਿਸ ਲੜੀਵਾਰ ਕਥਾ ਨੂੰ ਗੁਰੂ ਪਿਆਰੇ ਨਿਤ ਨੇਮੀ ਪ੍ਰੇਮੀ ਗੁਰੂ ਸਵਾਰੇ ਜੋ ਵੀ ਦਰਸ਼ਨ ਕਰਨ ਆਉਂਦੇ ਹੈ, ਬੜੇ ਪ੍ਰੇਮ ਭਾਵਨਾ ਸਤਿਕਾਰ ਨਾਲ ਕਥਾ ਸਰਵਣ ਕਰਦੇ ਹੈ। ਤੇ ਜੋ ਆਪਣੇ ਜੀਵਨ ਦਾ ਲਾਹਾ ਹੈ ਕਿ ਗੁਰਮੁਖ ਲਾਹਾ ਲੈ ਗਏ, ਉਸ ਆਪਣੇ ਅਰਥ ਨੂੰ ਪੂਰਿਆਂ ਕਰਦੇ ਹੈ। ਆਪਾਂ ਲੜੀਵਾਰ ਦੇ ਰੂਪ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਸਰਵਣ ਕਰ ਰਹੇ ਹਾਂ ਜੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਦੀ ਕਥਾ ਅਸ਼ਟਪਦੀਆਂ ਦੇ ਵਿੱਚ ਚੱਲ ਰਹੀ ਹੈ। ਆਸਾ ਰਾਗ ਦੇ ਵਿੱਚ 8 ਪਦਿਆਂ ਦਾ ਇਹ ਸ਼ਬਦ ਹੈ, ਜਿਹਨੂੰ ਆਪਾਂ ਪੌੜੀਆਂ ਵੀ ਕਹਿ ਦਿੰਦੇ ਹਾਂ। ਸਾਧ ਸੰਗਤ ਜੀ, ਗੁਰਬਾਣੀ ਵਿੱਚ ਜਿੰਨੇ ਵੀ ਸ਼ਬਦ ਲਿਖੇ ਮਹਾਰਾਜ ਜੀ ਨੇ, ਉਹ ਸਾਰੇ ਸ਼ਬਦ ਕਿਸੇ ਕਾਰਨ ਨੂੰ ਲੈ ਕੇ ਹੀ ਮਹਾਰਾਜ ਨੇ ਉਚਾਰਨ ਕੀਤੇ ਹੈ। ਤੇ ਜੋ ਜੋ ਗੁਰੂ ਸਾਹਿਬ ਜੀ ਨੇ ਵੇਖਿਆ, ਉਸ ਮੁਤਾਬਕ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਤੇ ਬਾਣੀ ਮਹਾਰਾਜ ਉਚਾਰਦੇ ਰਹੇ ਹੈ। ਇਹ ਜੋ ਸ਼ਬਦ ਉਚਾਰਨ ਕੀਤੇ ਆ, ਜਿਸ ਵਕਤ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਨੂੰ ਤਾਰਦੇ ਹੋਏ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨਾਲ ਨੇ, ਤੇ ਮਹਾਰਾਜ ਏਮਣਾਬਾਦ ਦੀ ਧਰਤੀ 'ਤੇ ਗਏ ਹੈ। ਪਹਿਲਾਂ ਵੀ ਮਹਾਰਾਜ ਉੱਥੇ ਭਾਈ ਲਾਲੋ ਦੇ ਘਰ ਰਹੇ ਸੀ।
ਜੋ ਉਸ ਨਾਲ ਬਚਨ ਕੀਤਾ ਸੀ ਵੀ ਫੇਰ ਆਵਾਂਗੇ, ਰਹਿੰਦੇ ਦਿਨ ਤੇਰੇ ਕੋਲ ਰਹਿ ਕੇ ਜਾਵਾਂਗੇ, ਉਸ ਕਾਰਨ ਗਏ ਮਹਾਰਾਜ ਜੀ। ਜਦੋਂ ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਸੁਭਾਅ ਹੀ ਸੀ ਸੁਤੇ ਸਿੱਧ, ਜਦੋਂ ਵੀ ਕਿਤੇ ਜਾਣਾ ਨਗਰ ਦੇ ਬਾਹਰ ਹੀ ਪੜਾ ਕਰਨਾ। ਤੇ ਸੱਚੇ ਪਾਤਸ਼ਾਹ ਜੀ ਜਦੋਂ ਏਮਣਾਬਾਦ ਦੀ ਧਰਤੀ 'ਤੇ ਗਏ, ਨਗਰ ਦੇ ਬਾਹਰ ਹੀ ਟਿਕਾਣਾ ਕਰ ਲਿਆ। ਸਾਧ ਸੰਗਤ ਜੀ ਗੁਰੂ ਮਹਾਰਾਜ ਨੂੰ ਆਇਆ ਵੇਖ ਕੇ ਉੱਥੇ ਸੰਤ ਮਹਾਤਮਾ ਮਹਾਂਪੁਰਸ਼ ਫਕੀਰ ਦਰਵੇਸ਼ ਵੀ ਬੜੇ ਆਉਣ ਲੱਗ ਪਏ। ਉਹ ਸੰਤ ਆਏ, ਉਹਨਾਂ ਸੰਤਾਂ ਦੀ ਸਤਿਗੁਰੂ ਜੀ ਨਾਲ ਪ੍ਰਮਾਤਮਾ ਦੇ ਸੰਬੰਧ ਵਿੱਚ, ਉਹਦੇ ਬੇਅੰਤ ਪੁਣੇ ਦੇ ਵਿੱਚ ਗੋਸ਼ਟ ਹੋਈ। ਉਹ ਸੰਤ ਮਹਾਤਮਾ ਕਾਫੀ ਦਿਨਾਂ ਦੇ ਭੁੱਖੇ ਵੀ ਸਨ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਕਿ ਇਹ ਸੰਤੋ ਮਹਾਂਪੁਰਸ਼ੋ, ਕਿ ਸਾਨੂੰ ਤੇ ਏਮਣਾਬਾਦ ਨਗਰ ਦਾ ਐਵੇਂ ਦਾ ਲੱਗ ਰਿਹਾ ਹੈ ਕਿ ਇਹਨਾਂ ਨੂੰ ਕਿਸੇ ਸੰਤ ਮਹਾਤਮਾ ਦੀ ਕੋਈ ਵੀ ਸਾਰ ਨਹੀਂ ਹੈ। ਇੰਜ ਕਰੋ ਵੀ ਜੇ ਇਹ ਇੱਥੇ ਕੁਝ ਦੇਣ ਨਹੀਂ ਆਏ, ਤੇ ਤੁਸੀਂ ਇਹਨਾਂ ਘਰਾਂ ਵਿੱਚ ਜਾ ਕੇ ਮੰਗ ਕੇ ਤੇ ਕੁਝ ਭੋਜਨ ਪ੍ਰਸ਼ਾਦਾ ਛਕ ਲਓ, ਜੋ ਪੇਟ ਦੀ ਜ਼ਰੂਰਤ ਉਹ ਪੂਰੀ ਕਰ ਲਓ। ਉਹ ਸੰਤ ਮਹਾਤਮਾ ਮਹਾਰਾਜ ਦਾ ਬਚਨ ਮੰਨ ਕੇ ਤਿਆਰ ਹੋ ਗਏ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਸੱਚਾ ਪਾਤਸ਼ਾਹ ਜੀ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਵੀ ਪ੍ਰਸ਼ਾਦਾ ਛਕਾਵਾਂ। ਗੁਰੂ ਮਹਾਰਾਜ ਕਹਿੰਦੇ, ਹਾਂ ਭਾਈ ਮਰਦਾਨਾ ਜੀ ਤੁਸੀਂ ਵੀ ਚਲੇ ਜਾਓ। ਉਹ ਸੰਤ ਫਕੀਰ ਤੇ ਭਾਈ ਮਰਦਾਨਾ ਜੀ ਚਲੇ ਗਏ। ਜਦੋਂ ਏਮਣਾਬਾਦ ਦੇ ਵਿੱਚ ਜਾ ਕੇ ਪ੍ਰਵੇਸ਼ ਕੀਤਾ, ਉੱਥੇ ਕੁਝ ਘਰਾਂ 'ਚੋਂ ਮੰਗਿਆ, ਕਿਸੇ ਨੇ ਕੁਝ ਨਾ ਦਿੱਤਾ। ਇੱਕ ਪਠਾਣਾ ਦੇ ਘਰ ਸਾਧ ਸੰਗਤ ਜੀ ਵਿਆਹ ਸ਼ਾਦੀ ਉਸ ਸਮੇਂ ਹੋ ਰਹੀ ਸੀ, ਤੇ ਉਹ ਵਿਆਹ ਸ਼ਾਦੀ ਵੇਖ ਕੇ ਭਾਈ ਮਰਦਾਨਾ ਜੀ ਸੰਤ ਫਕੀਰ ਚਲੇ ਗਏ ਵੀ ਇੱਧਰੋਂ ਕੁਝ ਮਿਲ ਜਾਊਗਾ ਜ਼ਰੂਰ। ਜਦੋਂ ਗਏ ਉਹ ਪਠਾਣ ਇੰਨੇ ਮਸਤੇ ਹੋਏ ਸਨ, ਜਿਨ੍ਹਾਂ ਨੇ ਸ਼ਰਾਬ ਕਬਾਬ ਪੀਤੇ ਹੋਏ ਸੀ। ਭਾਈ ਮਰਦਾਨਾ ਜੀ ਨੇ ਸੰਤਾਂ ਨੇ ਆਵਾਜ਼ ਦਿੱਤੀ, ਸਾਧ ਸੰਗਤ ਜੀ ਉਹ ਪਠਾਣ ਸਾਰੇ ਨੱਚ ਟੱਪ ਰਹੇ ਸਨ। ਉਹਨਾਂ ਵਿੱਚ ਇੱਕ ਪਠਾਣ ਸ਼ਰਾਬ ਪੀਤਾ ਹੋਇਆ ਬਾਹਰ ਆਇਆ। ਬਾਹਰ ਆਉਂਦਿਆਂ ਹੀ ਉਹ ਭਾਈ ਮਰਦਾਨਾ ਜੀ ਨੂੰ ਤੇ ਸੰਤਾਂ ਨੂੰ ਗਾਲਾਂ ਕੱਢਣ ਲੱਗ ਪਿਆ। ਜਿਵੇਂ ਅਸੀਂ ਵੀ ਅੱਜ ਕੱਲ੍ਹ ਕਰਦੇ ਹਾਂ ਨਾ, ਕਿ ਕਿਸੇ ਨੂੰ ਦੇਣਾ ਕੁਝ ਨਹੀਂ ਹੁੰਦਾ, ਗਾਲਾਂ ਕੱਢਣ ਲੱਗ ਪਏ ਨੇ ਵੀ ਜੇ ਨਹੀਂ ਦੇਣਾ ਕੋਈ ਗੱਲ ਨਹੀਂ, ਪਰ ਅਪਮਾਨ ਨਹੀਂ ਕਿਸੇ ਦਾ ਕਰਨਾ ਚਾਹੀਦਾ, ਘਰ ਆਏ ਦਾ ਖਾਸ ਕਰਕੇ। ਤੇ ਉਹ ਗਾਲਾਂ ਕੱਢਣ ਲੱਗ ਪਿਆ ਭਾਈ ਮਰਦਾਨਾ ਜੀ ਨੂੰ। ਉਸਨੇ ਸਾਧ ਸੰਗਤ ਜੀ ਬਾਅਦ 'ਚ ਧੱਕੇ ਵੀ ਮਾਰੇ। ਜਦੋਂ ਧੱਕਾ ਮਾਰਿਆ ਭਾਈ ਮਰਦਾਨਾ ਜੀ ਡਿੱਗ ਪਏ ਤੇ ਸੱਟ ਲੱਗ ਗਈ ਉਹਨਾਂ ਦੀ ਲੱਤ 'ਤੇ। ਉਸ ਵੇਲੇ ਸੰਤ ਫਕੀਰ ਭਾਈ ਮਰਦਾਨਾ ਜੀ ਸਾਰੇ ਵਾਪਸ ਚਲੇ ਗਏ। ਗੁਰੂ ਮਹਾਰਾਜ ਦਾ ਹੁਕਮ ਸੀ ਕਿ ਭਾਈ ਲਾਲੋ ਜੀ ਨੂੰ ਨਾਲ ਹੀ ਲੈ ਕੇ ਆ ਜਾਣਾ। ਭਾਈ ਲਾਲੋ ਜੀ ਵੀ ਨਾਲ ਹੈ, ਸੰਤ ਨਾਲ ਹੈ। ਭਾਈ ਮਰਦਾਨਾ ਜੀ ਜਦੋਂ ਪਹੁੰਚੇ, ਬੜੀ ਛੇਤੀ ਜਾਣ ਦੇ ਕਰਕੇ ਗੁਰੂ ਮਹਾਰਾਜ ਨੇ ਕਾਰਨ ਪੁੱਛਿਆ ਵੀ ਸੰਤੋ ਤੁਸੀਂ ਲੰਗਰ ਛਕ ਆਏ ਹੋ, ਬੜੀ ਛੇਤੀ ਆ ਗਏ ਹੋ। ਉਸ ਵੇਲੇ ਉਹ ਸੰਤ ਕਹਿਣ ਲੱਗੇ, ਮਹਾਰਾਜ ਭੋਜਨ ਲੰਗਰ ਤੇ ਇਹਨਾਂ ਲੋਕਾਂ ਨੇ ਕੀ ਦੇਣਾ ਆ, ਸਗੋਂ ਸਾਨੂੰ ਗਾਲਾਂ ਕੱਢੀਆਂ ਤੇ ਨਾਲੇ ਭਾਈ ਮਰਦਾਨਾ ਜੀ ਨੂੰ ਧੱਕਾ ਮਾਰਿਆ, ਵੇਖੋ ਸੱਟ ਵੀ ਲੱਗ ਗਈ। ਉਸ ਵੇਲੇ ਸੱਟ ਲੱਗੀ ਵੇਖ ਕੇ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਨੂੰ ਜਿਹੜਾ ਵੀਰ ਰਸ ਆਇਆ, ਕਿਉਂਕਿ ਸੰਤਾਂ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਸੰਤਾਂ ਨੂੰ ਵੇਖ ਕੇ ਪਰਮਾਤਮਾ ਨਹੀਂ ਜਰਦਾ। ਰੱਬ ਨੂੰ ਕੋਈ ਕਿੰਨੀਆਂ ਗਾਲਾਂ ਕੱਢੇ, ਰੱਬ ਕੁਝ ਨਹੀਂ ਕਹਿੰਦਾ, ਪਰ ਜਦੋਂ ਉਹਦੇ ਰੱਬ ਦੇ ਪਿਆਰ ਨੂੰ ਕੋਈ ਔਖਿਆਂ ਕਰਦਾ ਫਿਰ ਉਹ ਜਰਦਾ ਵੀ ਨਹੀਂ ਹੈ। ਜਿਵੇਂ ਇੱਕ ਮਾਂ ਨੂੰ ਗਾਲਾਂ ਕੱਢੋ ਗੱਲ ਵੱਖਰੀ, ਇਹਦੇ ਬੱਚੇ ਨੂੰ ਮਾਰਿਆ ਫਿਰ ਉਹ ਜਰਦੀ ਨਹੀਂ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਨਾਰਾਜ਼ੀ ਹੋਈ ਤੇ ਬਚਨ ਕੀਤੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲ ਹੋ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਇਹ ਤਲੰਗ ਰਾਜ ਸ਼ਬਦ ਉਚਾਰਨ ਕੀਤਾ। ਉਸ ਵੇਲੇ ਇਹ ਬਚਨ ਮਹਾਰਾਜ ਨੇ ਭਵਿੱਖ ਦੇ ਕਰ ਦਿੱਤੇ। 50 ਕੋਹ ਦੀ ਵਿੱਥ ਤੇ ਬਾਬਰ ਬੈਠਾ ਭੱਜਾ ਆਇਆ ਬੜੀ ਛੇਤੀ ਨਾਲ। ਜਿਹੜੇ ਪਠਾਨ ਕਹਿੰਦੇ ਅਸੀਂ ਤਿਗ ਦੇ ਨਾਲ ਬਾਬਰ ਨੂੰ ਹਰਾ ਦਾਂਗੇ, ਜਿਹੜੇ ਹਿੰਦੂ ਕਹਿੰਦੇ ਸੀ ਜੰਤਰ ਮੰਤਰ ਮਾਰ ਕਰਕੇ ਅੰਨ੍ਹਿਆਂ ਕਰ ਦਾਂਗੇ, ਕੁਝ ਨਹੀਂ ਕਰ ਸਕੇਗਾ ਐਮਨਾਬਾਦ ਨੂੰ, ਉਹ ਸਾਰੇ ਫੇਲ ਹੋ ਗਏ। ਉਸ ਵੇਲੇ ਬਾਬਰ ਨੇ ਚੜ੍ਹਾਈ ਕਰ ਦਿੱਤੀ, ਇਹਨਾਂ ਦੀ ਬੁਰੀ ਹਾਲਤ ਕੀਤੀ। ਰੋੜੀ ਸਾਹਿਬ ਵਾਲੇ ਸਥਾਨ 'ਤੇ ਗੁਰੂ ਨਾਨਕ ਦੇਵ ਮਹਾਰਾਜ ਸੁਭਾਏਮਾਨ ਸਨ, ਭਾਈ ਲਾਲੋ ਜੀ, ਭਾਈ ਮਰਦਾਨਾ ਜੀ, ਇਹ ਸੰਤ ਵੀ। ਫਿਰ ਜਦੋਂ ਉਹਨਾਂ ਨੇ ਇੱਥੋਂ ਦੇ ਲੋਕਾਂ ਨੂੰ, ਪਠਾਣਾਂ ਨੂੰ ਮੁਗਲਾਂ ਨੇ ਕੈਦ ਕਰਨਾ ਸ਼ੁਰੂ ਕਰ ਦਿੱਤਾ, ਬੇਪਤੀ ਕੀਤੀ, ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤੇ ਭਾਈ ਮਰਦਾਨਾ ਜੀ ਹੁਣਾਂ ਨੂੰ ਵੀ ਪਕੜ ਲਿਆ ਨਾਲ ਹੀ।
ਤੇ ਆਪਣੀ ਕੈਦ 'ਚ ਬਾਬਰ ਲੈ ਗਿਆ। ਤੇ ਜਦੋਂ ਲੈ ਕੇ ਜਾ ਰਿਹਾ ਸੀ ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਪੰਡ ਚੁਕਾ ਦਿੱਤੀ, ਕਿਉਂਕਿ ਉਹਨਾਂ ਨੂੰ ਕੀ ਪਤਾ ਕਿ ਪਰਮੇਸ਼ਰ ਆਪ ਹਨ, ਖੁਦਾ ਹੀ ਆਪ ਹੈ। ਉਹਨਾਂ ਨੇ ਜਦੋਂ ਪੰਡ ਚੁਕਾਈ, ਸਵਾ ਗਿੱਠ ਪੰਡ ਸਾਧ ਸੰਗਤ ਜੀ ਉੱਚੀ ਉੱਚੀ ਰਹੀ, ਮਾਰੇ ਸੀਸ ਨੂੰ ਲੱਗੀ ਨਾ, ਤੇ ਗੁਰੂ ਨਾਨਕ ਦੇਵ ਮਹਾਰਾਜ ਚਲੇ ਜਾਣ। ਇੱਕ ਪੰਡ ਭਾਈ ਬਾਲਾ ਜੀ ਨੇ ਚੁਕਾ ਦਿੱਤੀ, ਤੇ ਇੱਕ ਘੋੜਾ ਜਿਹੜਾ ਅੜੀਅਲ ਬੜਾ ਚੰਚਲ ਭਾਈ ਮਰਦਾਨਾ ਜੀ ਨੂੰ ਫੜਾ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਚਲੇ ਜਾ ਰਹੇ, ਤੇ ਮੌਜ ਵਿੱਚ ਆ ਕੇ ਕਹਿੰਦੇ ਭਾਈ ਮਰਦਾਨਾ ਜੀ ਰਬਾਬ ਵਜਾਓ, ਬਾਣੀ ਪਰਮੇਸ਼ਰ ਦੀ ਆਈ ਹੈ, ਧੁਰ ਕੇ ਬਾਣੀ ਉਹਦਾ ਗਾਇਨ ਕਰਨਾ। ਕਹਿੰਦੇ ਸੱਚਾ ਪਾਤਸ਼ਾਹ ਮੇਰੇ ਹੱਥ ਵਿੱਚ ਤੇ ਘੋੜਾ ਆ, ਜੇ ਮੈਂ ਘੋੜਾ ਛੱਡਿਆ ਮੈਨੂੰ ਇਹ ਕੁੱਟਣਗੇ, ਇਹ ਘੋੜਾ ਹੀ ਨਹੀਂ ਸੰਭਾਲਿਆ ਜਾ ਰਿਹਾ, ਮੈਂ ਕਿੱਥੋਂ ਰਬਾਬ ਵਜਾਵਾਂ। ਗੁਰੂ ਮਹਾਰਾਜ ਕਹਿੰਦੇ ਭਾਈ ਮਰਦਾਨਾ ਤੂੰ ਵਜਾ ਰਬਾਬ, ਘੋੜਾ ਆਪਣੇ ਆਪ ਹੀ ਤੁਰਿਆ ਆਵੇਗਾ। ਉਹ ਘੋੜਾ ਆਪਣੇ ਆਪ ਹੀ ਤੁਰਨ ਲੱਗ ਪਿਆ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵੇਲੇ ਬਾਣੀ ਉਚਾਰਨ ਕੀਤੀ। ਸਾਧ ਸੰਗਤ ਜੀ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਇਸ ਤਰ੍ਹਾਂ ਇਹ ਸ਼ਬਦ ਉਚਾਰਨ ਕੀਤਾ ਜੋ ਪਿੱਛੇ ਲੰਘ ਚੁੱਕਾ ਹੈ। ਇਹ ਸਾਰੇ ਸ਼ਬਦ ਇੱਕ ਸਮੇਂ ਮਹਾਰਾਜ ਨੇ ਉਚਾਰਨ ਕੀਤੇ, ਤੇ ਉਸ ਵੇਲੇ ਮਹਾਰਾਜ ਨੂੰ ਕੈਦ ਵਿੱਚ ਲੈ ਗਏ। ਜਦੋਂ ਗਏ ਹੈ, ਭਾਈ ਮਣੀ ਸਿੰਘ ਜੀ ਦੀ ਲਿਖਤ ਅਨੁਸਾਰ 1100 ਦੇ ਕਰੀਬ ਕੈਦੀ ਉੱਥੇ ਦਾਖਲ ਸਨ, ਜੋ ਬੜੇ ਪਰੇਸ਼ਾਨ ਬੜੇ ਦੁਖੀ ਸੀ। ਐਮਨਾਬਾਦ ਦੇ ਗੁਰੂ ਮਹਾਰਾਜ ਨੂੰ ਚੱਕੀ 'ਤੇ ਬਿਠਾ ਦਿੱਤਾ। ਭਾਈ ਬਾਲਾ ਭਾਈ ਮਰਦਾਨਾ ਜੀ ਨੂੰ ਕਹਿੰਦੇ ਚੱਕੀਆਂ ਚਲਾਓ, ਨਾਲ ਦੋ ਸਿਪਾਹੀ ਖੜੇ ਹੋ ਗਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਿ ਇਹ ਤੇ ਪਰਮੇਸ਼ਰ ਆਪੇ ਚੱਕੀ ਚਲਾਏਗਾ। ਉਸ ਵੇਲੇ ਸਾਰੇ ਲੋਕਾਂ ਨੂੰ ਬੈਠਣ ਨੂੰ ਕਹਿ ਦਿੱਤਾ ਭਾਈ ਇੰਝ ਕਰੋ, ਸਾਰੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰੋ। ਸਾਰੀ ਸੰਗਤ ਜਿਹੜੀ ਉੱਥੇ ਬੈਠੀ ਸੀ, ਪਠਾਨਾਂ ਦੇ ਘਰ ਵਾਲੀਆਂ, ਬੱਚੇ ਬਜ਼ੁਰਗ, ਉਹ ਸਤਿਨਾਮ ਵਾਹਿਗੁਰੂ ਕਰਨ ਲੱਗ ਪਏ, ਚੱਕੀਆਂ ਆਪਣੇ ਆਪ ਹੀ ਚੱਲਣ ਲੱਗ ਪਈਆਂ। ਗੁਰੂ ਨਾਨਕ ਦੇਵ ਮਹਾਰਾਜ ਇਸ ਕਲਾ ਵਰਤਾ ਦਿੱਤੀ। ਇਹ ਕੁਝ ਵੇਖ ਕੇ ਸਾਧ ਸੰਗਤ ਜੀ ਉਪ ਸਿਪਾਹੀ ਭੱਜ ਕੇ ਜਾ ਕੇ ਬਾਬਰ ਨੂੰ ਦੱਸਿਆ, ਬਾਬਰਾ ਅਸੀਂ ਤੇ ਇੱਕ ਦਰਵੇਸ਼ ਨੂੰ ਪਕੜ ਲਿਆ ਜਿਹੜੇ ਬੜੀ ਕਰਾਮਾਤ ਤਾਕਤ ਦੇ ਮਾਲਕ ਹੈ, ਭੁੱਲ ਹੋ ਗਏ। ਬਾਬਰ ਭੱਜਾ ਆਇਆ, ਗੁਰੂ ਮਹਾਰਾਜ ਚਰਨਾਂ ਵਿੱਚ ਮੱਥਾ ਟੇਕ ਕੇ, ਕਿਉਂਕਿ ਦਰਵੇਸ਼ਾਂ ਫਕੀਰਾਂ ਦਾ ਸਤਿਕਾਰ ਵੀ ਕਰਦਾ ਸੀ, ਮੱਥਾ ਟੇਕ ਕੇ ਕਹਿਣ ਲੱਗਾ ਮਹਾਰਾਜ ਮੇਰੇ ਕੋਲ ਗਲਤੀ ਹੋ ਗਈ ਹੈ, ਦਰਵੇਸ਼ੋ ਫਕੀਰੋ ਮੇਰੀ ਭੁੱਲ ਨੂੰ ਮਾਫ ਕਰੋ। ਇਹਨੇ ਕਈ ਕੁਝ ਭੇਟਾ ਕੀਤਾ, ਗੁਰੂ ਸਾਹਿਬ ਜੀ ਨੇ ਕੁਝ ਵੀ ਭੇਟਾ ਨਾ ਲਈ। ਫਿਰ ਇਹਦਾ ਇਰਾਦਾ ਕਿ ਚਲੋ ਮੁਸਲਮਾਨ ਫਕੀਰ ਭੰਗ ਪੀਂਦੇ, ਸ਼ਾਇਦ ਭੰਗ ਦੇ ਦਾਂ ਗੁਰੂ ਸਾਹਿਬ ਨੂੰ, ਇਹੀ ਛਕ ਲੈਣਗੇ। ਜਦੋਂ ਗੁਰੂ ਸਾਹਿਬ ਅੱਗੇ ਭੇਟਾ ਕੀਤੇ, ਮਹਾਰਾਜ ਕਹਿੰਦੇ ਅਸੀਂ ਤਾਂ ਨਸ਼ਾ ਨਹੀਂ ਕਰਦੇ ਹਾਂ, ਅਸੀਂ ਤਾਂ ਕੋਈ ਵੀ ਪ੍ਰਕਾਰ ਦਾ ਨਸ਼ਾ ਭੰਗ ਆਦਿਕ ਦਾ ਕਰਦੇ ਨਹੀਂ ਹਾਂ। ਫਿਰ ਕਹਿੰਦਾ ਮਹਾਰਾਜ ਤੁਸੀਂ ਕੀ ਛਕਦੇ ਹੋ? ਗੁਰੂ ਸਾਹਿਬ ਨੇ ਬਚਨ ਉਚਾਰਨ ਕੀਤਾ, ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਜਿਹੜਾ ਉਸ ਪਰਮੇਸ਼ਰ ਦਾ ਭੈ ਕਰਨਾ ਇਹੀ ਭੰਗ ਹੈ, ਅਤੇ ਇਹ ਜਿਹੜਾ ਸਾਡਾ ਚਿੱਤ ਵਿੱਚ ਭੈ ਇਹ ਖਲੜੀ ਹੈ। ਅਤੇ ਜਿਹੜਾ ਭੰਗ ਪੀ ਕੇ ਮਸਤ ਰਹਿੰਦੇ ਸਾਰੇ ਫਕੀਰ ਲੋਕ, ਅਸੀਂ ਜਿਹੜਾ ਇਹ ਸੰਸਾਰ ਤੋਂ ਨਿਰਲੇਪ ਹੋ ਗਏ ਹਾਂ, ਇਹੀ ਸਾਡਾ ਦੀਵਾਨਾਪਣ ਹੈ, ਮਸਤਾਨਾਪਣ ਹੈ। ਇਹ ਸ਼ਬਦ ਉਦੋਂ ਉਚਾਰਨ ਕੀਤਾ। ਫਿਰ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਰਾ ਹੀ ਕੌਤਕ ਕਰਕੇ 1100 ਕੈਦੀ ਜਦੋਂ ਬਾਬਰ ਨੇ ਡਰਦੇ ਮਾਰੇ ਨੇ ਛੱਡ ਦਿੱਤੇ, ਉਸ ਵੇਲੇ ਮਹਾਰਾਜ ਸਾਰਿਆਂ ਪਠਾਨਾਂ ਦੀ ਘਰ ਵਾਲੀਆਂ ਬਜ਼ੁਰਗ ਬੱਚੇ ਲੈ ਕੇ ਜਦੋਂ ਮਹਾਰਾਜ ਵਾਪਸ ਆਏ ਨਾ, ਅਤੇ ਐਮਨਾਬਾਦ ਦੀ ਧਰਤੀ 'ਤੇ ਪਹੁੰਚੇ, ਅਤੇ ਇੱਥੋਂ ਦੀ ਹਾਲਤ ਵੇਖ ਕੇ ਮਹਾਰਾਜ ਵਿਰਾਗਮਈ ਸ਼ਬਦ ਉਚਾਰਨ ਦੋ ਕੀਤੇ, ਜਿਹੜੇ ਆਪਾਂ ਕੱਲ੍ਹ ਇੱਕ ਸਰਵਣ ਕੀਤਾ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸਦੂਰ। ਇਹ ਸ਼ਬਦ ਅੱਜ ਜਿਹੜਾ ਦੂਸਰਾ ਸ਼ਬਦ ਆ ਰਿਹਾ ਹੈ, ਇਹ ਵੀ ਮਹਾਰਾਜ ਨੇ ਉਸ ਵਕਤ ਉਚਾਰਨ ਕੀਤਾ ਸੀ। ਇਸ ਕਰਕੇ ਸਾਰਾ ਕੁਝ ਦੱਸਿਆ ਕਿ ਇਹ ਸ਼ਬਦ ਉਚਾਰਨ ਦਾ ਕਾਰਨ ਇਹ ਹੈ। ਅਤੇ ਸਾਧ ਸੰਗਤ ਜੀ ਇਹਦੀ ਸਿੱਖਿਆ ਵੀ ਇਹ ਹੈ ਕਿ ਭਾਈ ਸੰਤਾਂ ਮਹਾਂਪੁਰਸ਼ ਜਿਹੜੇ ਕਮਾਈ ਵਾਲੇ ਪਰਮਾਤਮਾ ਦੇ ਭਜਨ ਬੰਦਗੀ ਵਾਲੇ ਆ, ਉਹਨਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਅਤੇ ਨਾਲ ਦੀ ਨਾਲ ਇੱਥੇ ਇਹ ਦੱਸਿਆ ਮਹਾਰਾਜ ਜੀ ਨੇ ਕਿ ਵੇਖ ਲਓ ਜੋ ਰੱਬ ਨੂੰ ਭੁੱਲ ਜਾਂਦੇ ਆ ਅਤੇ ਪਰਮੇਸ਼ਰ 'ਤੇ ਭੁੱਲਿਆ ਵਿਆਪਣ ਸਭੇ ਰੋਗ। ਰੱਬ ਨੂੰ ਜਦੋਂ ਬੰਦਾ ਭੁੱਲ ਜਾਂਦਾ ਹੈ
ਤੇ ਉਹਦੀਆਂ ਦਿੱਤੀਆਂ ਹੋਈਆਂ ਵਸਤੂਆਂ ਦੇ ਨਾਲ ਮੋਹ ਪਾ ਲੈਂਦਾ, ਇਹਨਾਂ ਵਿੱਚ ਹੀ ਰਚ ਮਿਚ ਜਾਂਦਾ ਹੈ, ਇਹਨਾਂ ਵਿੱਚ ਹੀ ਖੇਡਣ ਲੱਗ ਜਾਂਦਾ ਹੈ, ਮਸਤ ਹੋ ਜਾਂਦਾ ਹੈ। ਫਿਰ ਉਸ ਨੂੰ ਬੜੀ ਖਿਆਈ ਹੁੰਦੀ ਹੈ। ਉਹ ਸਾਰਾ ਹੀ ਹਾਲ ਐਮਨਾਬਾਦ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਉਚਾਰਨ ਕਰ ਰਹੇ ਹੈ। ਸਾਰੀ ਸੰਗਤ ਬੜੇ ਪਿਆਰ ਸਤਿਕਾਰ ਨਾਲ ਬਾਣੀ ਦੀ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਬੈਠੇ ਹੋਏ ਹਾਜ਼ਰੀਆਂ ਲਵਾਓ ਜੀ। ਮਹਾਰਾਜ ਦੇ ਦਿੱਤੇ ਹੋਏ ਗੁਰ ਮੰਤਰ ਦਾ ਉਚਾਰਨ ਕਰੋ ਜੀ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਕਹਾ ਸੋ ਖੇਲਤ ਬੇਲਾ ਘੋੜੇ। ਸਾਧ ਸੰਗਤ ਜੀ, ਆਸਾ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਚੌਥੇ ਨੰਬਰ 'ਤੇ ਅੰਕਿਤ ਸਤਿਗੁਰੂ ਜੀ ਨੇ ਕੀਤਾ ਹੈ। ਮੁਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਗੋਬਿੰਦ ਰੂਪ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ 417 ਅੰਗ ਦੇ ਸੁਭਾਏਮਾਨ ਹੈ ਜੀ। ਮਹਾਰਾਜ ਉਸ ਵੇਲੇ ਹਾਲਤ ਵੇਖ ਕੇ ਇੱਥੋਂ ਦੇ ਪਠਾਣਾਂ ਦੀ, ਬਜ਼ੁਰਗਾਂ ਦੀ, ਬੱਚਿਆਂ ਦੀ, ਇਸ ਉਜੜੇ ਹੋਏ ਇਲਾਕੇ ਨੂੰ ਵੇਖ ਕੇ ਮਹਾਰਾਜ ਬਚਨ ਕਰਦੇ ਹੈ। ਕਹਾ ਸੋ ਖੇਲਤ ਬੇਲਾ ਘੋੜੇ। ਇੱਥੇ ਵੇਖ ਲਓ, ਮਹਾਰਾਜ ਕਹਿੰਦੇ ਕਿੰਨੇ ਸੀ ਖੇਲਾਂ ਤਮਾਸ਼ੇ ਹੁੰਦੇ ਐਮਨਾਬਾਦ 'ਚ। ਕਿੱਥੇ ਆ ਉਹ ਖੇਲ ਜੋ ਪਠਾਣਾਂ ਦੇ ਬੱਚੇ ਖੇਡਦੇ ਸੀ? ਕਿੱਥੇ ਆ ਉਹ ਖੇਲ ਕਹੀਏ ਭੀੜਾਂ ਜੋ ਵਿਆਹਾਂ ਸ਼ਾਦੀਆਂ 'ਚ ਇੱਥੇ ਐਮਨਾਬਾਦ 'ਚ ਹੋ ਰਹੀਆਂ ਸਨ? ਅਤੇ ਕਿੱਥੇ ਗਏ ਉਹ ਘੋੜੇ, ਅਤੇ ਕਿੱਥੇ ਗਏ ਉਹ ਘੋੜਿਆਂ ਦੇ ਅਤੇ ਬੇਲੇ ਕਹੀਏ ਅਸਤਬਲ ਜਿਨ੍ਹਾਂ ਵਿੱਚ ਘੋੜੇ ਰਹਿੰਦੇ ਸੀ। ਅਤੇ ਪਠਾਨ ਲੋਕ ਵੇਖ ਵੇਖ ਕਹਿੰਦੇ ਸੀ ਮੇਰਾ ਘੋੜਾ ਬੜਾ ਚੰਚਲ ਹੈ, ਇਹ ਤਾਂ ਮੈਂ ਇਹਦੇ 'ਤੇ ਚੜ੍ਹ ਕੇ ਕਈ ਵੈਰੀ ਮੁਗਲ ਮਾਰ ਸਕਦਾ ਹਾਂ। ਕਿੱਥੇ ਗਏ ਹਨ ਇਹ ਸਭ ਕੁਝ? ਕਹਾ ਭੇਰੀ ਸਹਿਨਾਈ। ਅਤੇ ਕਿੱਥੇ ਹਨ ਉਹ ਭੇਰੀਆਂ ਨਫੀਰੀਆਂ ਦੇ ਨਾਲ ਵਜਾਉਣ ਵਾਲੇ ਨਗਾਰੇ? ਕਿੱਥੇ ਗਈਆਂ ਹਨ ਸ਼ਹਿਨਾਈਆਂ ਜਿਹੜੀਆਂ ਸ਼ਹਿਨਾਈਆਂ ਵੱਜਦੀਆਂ ਸਨ? ਅਤੇ ਸ਼ਹਿਨਾਈਆਂ ਦੇ ਵੱਜਦਿਆਂ ਇੱਕ ਪਠਾਨ ਬਾਹਰ ਨਿਕਲ ਕੇ ਤੇ ਭਾਈ ਮਰਦਾਨਾ ਜੀ ਨੂੰ ਧੱਕਾ ਮਾਰਿਆ ਅਤੇ ਸੱਟ ਲਾਈ ਸੀ। ਉਹ ਕਿੱਥੇ ਗਏ ਹਨ ਸਾਰੇ? ਕਹਾ ਸੋ ਤੇਗ ਬੰਦ ਗਾ ਡੇਰੜ। ਫਿਰ ਮਹਾਰਾਜ ਕਹਿੰਦੇ ਹੈ ਭਾਈ ਕਿੱਥੇ ਉਹ ਤੇਗ ਬੰਦ, ਤੇਗਾਂ ਨੂੰ ਬੰਨਣ ਵਾਲੇ ਖੜਗਧਾਰੀ ਸੂਰਮੇ ਪਠਾਨ। ਗਡੇਰੜ ਕਹੀਏ ਜਿਹੜੇ ਸੂਰਮੇ ਬਣਦੇ ਸਨ ਪਠਾਨ। ਕਹਿੰਦੇ ਕਿ ਅਸੀਂ ਐਸੀ ਤੇਗ ਚਲਾਵਾਂਗੇ, ਅਸੀਂ ਇੰਨੇ ਜਵਾਨ ਆ ਕਿ ਇੱਕ ਪਠਾਨ ਕਈ ਮੁਗਲ ਸੰਭਾਲ ਸਕਦਾ ਹੈ। ਅੱਜ ਉਹ ਕਿੱਥੇ ਹੈ? ਅਤੇ ਕਿੱਥੇ ਹਨ ਉਹ ਜੰਗੀ ਗੱਡੇ? ਕਿੱਥੇ ਹਨ ਉਹ ਜੰਗੀ ਰੱਥ? ਕੋਈ ਨਹੀਂ ਰਿਹਾ ਹੈ। ਕਹਾ ਸੋ ਲਾਲ ਕਵਾਈ। ਫਿਰ ਕਿੱਥੇ ਹਨ ਸਾਧ ਸੰਗਤ ਜੀ ਉਹ ਲਾਲ ਕਹੀਏ ਲਾਲ ਪੁਸ਼ਾਕਾਂ ਵਾਲੇ ਪਠਾਨ ਸੂਰਮੇ? ਕਹਾ ਸੋ ਆਰਸੀਆ ਮੋਹ ਬੰਕੇ। ਫਿਰ ਕਿੱਥੇ ਹਨ ਉਹ ਪਠਾਨਣੀਆਂ, ਹਿੰਦਵਾਣੀਆਂ, ਬ੍ਰਾਹਮਣੀਆਂ ਜੋ ਬਹੁਤ ਆਪਣੇ ਸੁੰਦਰ ਮੁਖੜੇ ਨੂੰ ਆਰਸੀਆਂ ਕਹੀਏ ਸ਼ੀਸ਼ੇ ਵਿੱਚ ਦੇਖਦੀਆਂ ਸਨ, ਤੱਕਦੀਆਂ ਸਨ ਆਪਣੇ ਸਰੂਪ ਨੂੰ, ਅਤੇ ਸਿਰ ਨੂੰ ਗੁੰਦ ਕੇ ਪੱਟੀਆਂ ਬਣਾਉਂਦੀਆਂ ਸਨ। ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰਦੇ ਹੈ ਵੀ ਕਿੱਥੇ ਹਨ ਉਹ ਸੋਹਣੇ ਮੁੱਖਾਂ ਵਾਲੀਆਂ ਇਸਤਰੀਆਂ ਜੋ ਸ਼ੀਸ਼ੇ ਦੇਖਦੀਆਂ ਸਨ? ਇੱਥੇ ਦਿਸ ਹੈ ਨਾਹੀ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਇਹ ਸੰਤੋ ਮਹਾਂਪੁਰਸ਼ੋ ਵੇਖ ਲਓ ਕਿੱਥੇ ਗਏ ਆ? ਕੋਈ ਨਹੀਂ ਦਿਖ ਰਿਹਾ, ਕੋਈ ਦਿਸਦਾ ਹੀ ਨਹੀਂ ਹੈ ਕੋਈ। ਕਿਉਂਕਿ ਸੰਤਾਂ ਨਾਲ ਵੈਰ ਕਮਾਵਦੇ, ਜੋ ਸੰਤਾਂ ਨਾਲ ਵੈਰ ਕਮਾਉਂਦੇ ਉਹਨਾਂ ਦੀ ਇਹੀ ਹਾਲਤ ਹੁੰਦੀ ਹੈ। ਇੱਕ ਪਠਾਨ ਨੇ ਧੱਕਾ ਮਾਰਿਆ ਅਤੇ ਪਈ ਕਿੰਨਿਆਂ ਦੇ ਆ? ਕੋਈ ਚੰਗੇ ਲੋਕ ਵੀ ਤਾਂ ਹੁੰਦੇ ਹੀ ਹੈ ਨਾ, ਸਾਰਿਆਂ ਦੇ ਵਿਪਤਾ ਬਣ ਗਈ, ਸਭ ਕੁਝ ਨਸ਼ਟ ਹੋ ਗਿਆ। ਅਤੇ ਮਹਾਰਾਜ ਕਹਿੰਦੇ ਕੁਝ ਵੀ ਨਹੀਂ ਇਸ ਦਿਸ ਰਿਹਾ ਹੈ। ਇੱਥੇ ਦਿਸ ਹੈ ਨਾਹੀਂ, ਇੱਥੇ ਕੁਝ ਦਿਸ ਨਹੀਂ ਰਿਹਾ ਹੈ।
ਇਹੋ ਜਗ ਤੇਰਾ ਤੂੰ ਗੁਸਾਈ। ਸਾਧ ਸੰਗਤ ਜੀ, ਰਹਾਉ ਦੀਆਂ ਪੰਕਤੀਆਂ ਤੋਂ ਮਹਾਰਾਜ ਸਿੱਧ ਕਰ ਰਹੇ ਹੈ ਕਿ ਭਾਈ ਉਹ ਪਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਆ, ਕਿਉਂਕਿ ਉਹ ਮਾਲਕ ਘੜੀ ਪਲ ਦੇ ਵਿੱਚ ਕਈ ਦਾ ਕਈ ਕੁਝ ਕਰ ਦਿੰਦਾ ਹੈ। ਵਸਦਾ ਸ਼ਹਿਰ ਚਾਟੀ ਉਸ ਮਾਲਕ ਨੇ ਉਜਾੜ ਕੇ ਰੱਖ ਦਿੱਤਾ ਹੈ। ਤੇ ਕਾਰਨ ਕੀ ਹੈ? ਇਹੋ ਜਗ ਤੇਰਾ, ਹੇ ਪਰਮਾਤਮਾ ਇਹ ਸੰਸਾਰ ਦੇ ਹੈ ਤੇਰਾ, ਤੂੰ ਗੁਸਾਈ ਤੇ ਤੂੰ ਹੈ ਸਭ ਦਾ ਮਾਲਕ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਧ ਸੰਗਤ ਜੀ, ਜਗਤ ਦਾ ਮਾਲਕ ਹੈ ਪਰਮਾਤਮਾ, ਪਰ ਵੇਖ ਲਓ ਅਸੀਂ ਜਿੰਨੇ ਬੰਦੇ ਜੀਵ ਬੈਠੇ ਆ ਸਾਰੇ ਮਾਲਕ ਬਣੇ ਆ। ਸਾਰੇ ਕਹਿੰਦੇ ਮੈਂ ਇਹਦਾ ਮਾਲਕ ਆ, ਮੈਂ ਇੰਨੀ ਜ਼ਮੀਨ ਦਾ ਮਾਲਕ ਆ, ਮੈਂ ਇੰਨੇ ਬਿਜ਼ਨਸ ਦਾ ਮਾਲਕ ਆ, ਸਾਰੇ ਕਹਿੰਦੇ ਆ। ਜਗਤ ਜਦੋਂ ਪਰਮਾਤਮਾ ਦਾ ਹੈ ਤੇ ਉਹਦਾ ਮਾਲਕ ਵੀ ਪਰਮਾਤਮਾ ਹੀ ਹੋਇਆ ਨਾ ਫਿਰ। ਤੇ ਜੋ ਮਾਲਕ ਹੁੰਦਾ ਆ ਉਹ ਆਪਣੀ ਚੀਜ਼ ਨੂੰ, ਵਸਤੂ ਨੂੰ ਜਿਵੇਂ ਚਾਵੇ ਰੱਖ ਲੇ, ਜਿਵੇਂ ਚਾਵੇ ਉਹ ਖਤਮ ਕਰ ਦੇ। ਹੇ ਪਰਮੇਸ਼ਰ, ਇਹ ਸੰਸਾਰ ਤੇਰਾ ਹੈ ਤੇ ਤੂੰ ਇਸ ਸੰਸਾਰ ਦਾ ਵਾਲੀ ਮਾਲਕ ਹੈ। ਏਕ ਘੜੀ ਮੈਂ ਥਾਪ ਉਥਾਪੇ। ਇਸ ਕਰਕੇ ਅਸੀਂ ਕਹਿੰਦੇ ਹਾਂ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੈ, ਭਾਈ ਇੱਕ ਘੜੀ ਦੇ ਵਿੱਚ ਹੀ ਉਹ ਪਰਮਾਤਮਾ ਕਿੱਡਾ ਵੱਡਾ ਬ੍ਰਹਿਮੰਡ ਥਾਪ ਦਿੰਦਾ, ਸਥਿਤ ਕਰ ਦਿੰਦਾ, ਤੇ ਇੱਕ ਘੜੀ ਦੇ ਵਿੱਚ ਹੀ ਉਹ ਖਤਮ ਕਰ ਦਿੰਦਾ ਹੈ। ਸਾਧ ਸੰਗਤ ਜੀ, ਇੱਥੇ ਘੜੀ ਸ਼ਬਦ ਆਇਆ ਹੈ, ਵਿਦਵਾਨਾਂ ਮੁਤਾਬਕ ਘੜੀ ਦਾ ਅਰਥ ਹੈ 24 ਮਿੰਟਾਂ ਦੀ ਘੜੀ ਮੰਨੀ ਹੈ। 1 ਘੰਟੇ ਵਿੱਚ 2.5 ਘੜੀਆਂ ਹੁੰਦੀਆਂ ਹੈ। ਇਹ ਸਮਾਂ ਮਹਾਰਾਜ ਇੱਥੇ ਲਿਖਿਆ ਹੋਇਆ, ਪਰ ਆਪ ਜੀ ਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹੈ, ਹਰਨ ਭਰਨ ਜਾ ਕਾ ਨੇਤਰ ਫੋਰ। ਉਹ ਮਾਲਕ ਦੇ ਜਦੋਂ ਨੇਤਰ ਪ੍ਰਕਾਸ਼ ਕਰਦਾ, ਸ੍ਰਿਸ਼ਟੀ ਪੈਦਾ ਹੋ ਜਾਂਦੀ ਹੈ। ਜਦੋਂ ਉਹ ਨੇਤਰ ਮੂੰਦ ਬੰਦ ਕਰ ਲੈਂਦਾ ਪਰਮਾਤਮਾ, ਉਦੋਂ ਇਹ ਸ੍ਰਿਸ਼ਟੀ ਨਸ਼ਟ ਹੋ ਜਾਂਦੀ ਹੈ। ਬਸ ਉਹਦੇ ਉਚਾਰਨ ਮਾਤਰ 'ਚ ਹੀ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮਏ। ਬਸ ਓਅੰਕਾਰ ਦੀ ਪਰਮੇਸ਼ਰ ਜਦੋਂ ਧੁਨੀ ਉਚਾਰਨ ਕਰਦੇ ਆ ਨਾ, ਸਾਧ ਸੰਗਤ ਜੀ, ਸਾਰਾ ਬ੍ਰਹਿਮੰਡ ਹੀ ਜਿਹੜਾ ਬਣ ਜਾਂਦਾ ਹੈ। ਤੇ ਇੱਕ ਬ੍ਰਹਿਮੰਡ ਨੇ ਕਰੋੜਾਂ ਹੀ ਕਰੋੜਾਂ ਬ੍ਰਹਿਮੰਡ। ਭਾਈ ਉਹ ਮਾਲਕ, ਹੇ ਪਠਾਣੋ, ਇੰਨਾ ਹੰਕਾਰ ਚੰਗਾ ਨਹੀਂ ਹੁੰਦਾ। ਉਹਦੇ ਮਾਲਕ ਘੜੀ ਵਿੱਚ ਹੀ ਇਹ ਸੰਸਾਰ ਥਾਪ ਦਿੰਦਾ ਹੈ, ਘੜੀ ਵਿੱਚ ਹੀ ਨਾਸ ਕਰ ਦਿੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹੈ, ਭਾਈ ਖਿਨ ਮੈਂ ਥਾਪ ਉਥਾਪਣ ਹਾਰਾ, ਤਿਸਤੇ ਤੁਝੇ ਡਰਾਵੋ ਰੇ। ਮੈਂ ਤਨ ਤਾਈਓ ਕਹਿੰਦਾ ਹਾਂ, ਇਸ ਸੰਸਾਰ ਦੇ ਲੋਕੋ, ਉਹ ਮਾਲਕ ਇੱਕ ਖਿਨ ਦੇ ਵਿੱਚ ਕਈ ਕੁਝ ਕਰ ਦਿੰਦਾ। ਉਸ ਮਾਲਕ ਦਾ ਤੁਹਾਨੂੰ ਨਾਮ ਦੇ ਕੇ ਮੈਂ ਡਰਾਉਣਾ ਵਾਂ ਕਿ ਉਹਦਾ ਨਾਮ ਜਪ ਲਓ, ਇੱਥੇ ਸਦਾ ਨਹੀਂ ਬੈਠੇ ਰਹਿਣਾ ਹੈ। ਉਹਦਾ ਸਿਮਰਨ ਕਰ ਲਓ ਭਾਈ, ਕਿਉਂਕਿ ਉਹ ਖਿਨ ਮਹਿ ਅਵਰ, ਖਿਨੇ ਮਹਿ ਅਵਰਾ, ਅਚਰਜ ਚਲਤ ਤੁਮਾਰੇ। ਉਹ ਪਰਮੇਸ਼ਰ ਇੱਕ ਖਿਨ ਦੇ ਵਿੱਚ ਖੁਸ਼ੀਆਂ, ਇੱਕ ਖਿਨ ਦੇ ਵਿੱਚ ਹੀ ਗਮੀਆਂ ਲੈ ਕੇ ਆ ਜਾਂਦਾ ਹੈ। ਇੱਕ ਖਿਨ ਦੇ ਵਿੱਚ ਹੀ ਉਹ ਰਾਗ ਰੰਗ ਕਰਾ ਦਿੰਦਾ ਹੈ, ਇੱਕ ਖਿਨ ਦੇ ਵਿੱਚ ਹੀ ਸਭ ਗਮ ਹੀ ਗਮ ਕਰ ਦਿੰਦਾ ਹੈ। ਬੈਠਿਆਂ ਬੈਠਿਆਂ ਹੀ ਉਹ ਪਰਮਾਤਮਾ ਮੀਂਹ ਦੇ ਵਿੱਚ ਹੀ ਬਾਰਿਸ਼ ਕਰ ਦਿੰਦਾ ਹੈ, ਤੇ ਇਸੇ ਤਰ੍ਹਾਂ ਇੱਕਦਮ ਹੀ ਹਟਾ ਦਿੰਦਾ ਹੈ। ਆਪਾਂ ਵੇਨੇ ਕਹਿੰਦੇ ਆ ਨਾ, ਵੇਖ ਲਓ ਭਾਈ, ਆਹ ਸਵੇਰੇ ਕੋਈ ਮੌਸਮ ਹੀ ਨਹੀਂ ਸੀ, ਝਟਪਟ ਵੇਖੋ ਕਿੱਦਾਂ ਦਾ ਹੋ ਗਿਆ। ਉਹ ਮਾਲਕ ਦੇ ਵੱਸ ਹੈ ਸਭ ਕੁਝ। ਖਿਨ ਵਿੱਚ ਘੜੀ ਵਿੱਚ ਹੀ ਸਥਿਤ ਕਰ ਦਿੰਦਾ ਆ, ਘੜੀ ਦੇ ਵਿੱਚ ਹੀ ਉਹ ਭਾਈ ਉਥਾਪ ਨਾਸ ਕਰ ਦਿੰਦਾ ਹੈ। ਜਰ ਵੰਡ ਦੇਵੈ ਭਾਈ। ਉਹ ਪਰਮੇਸ਼ਰ, ਇਸ ਮਾਲਕ ਨੇ ਮਾਇਆ ਐਸੀ ਰਚਨਾ ਕੀਤੀ ਹੈ, ਉਹ ਭਰਾਵਾਂ ਨੂੰ ਵੰਡ ਕੇ ਰੱਖ ਦਿੰਦੀ ਹੈ। ਸਾਧ ਸੰਗਤ ਜੀ, ਇਹ ਮਾਇਆ ਇਹੋ ਜਿਹੀ ਹੈ, ਵੇਖ ਲਓ ਵੀ ਮਾਇਆ ਕਰਕੇ ਕਿੰਨਾ ਕੁਝ ਹੋ ਰਿਹਾ ਹੈ। ਕਿਸੇ ਦਾ ਆਪੋ ਵਿੱਚ ਪ੍ਰੇਮ ਨਹੀਂ ਆ ਜੇ, ਤੇ ਮਾਇਆ ਕਰਕੇ ਨਹੀਂ, ਜੇ ਪ੍ਰੇਮ ਆ ਤੇ ਮਾਇਆ ਕਰਕੇ ਹੀ।
ਘਰਾਂ ਘਰਾਂ ਵਿੱਚ ਵੰਡਾਂ ਪੈ ਜਾਂਦੀਆਂ ਹੈ। ਇੱਥੇ ਮਾਰੇ ਬਚਨ ਆ ਰਹੇ, ਜਰ ਵੰਡ ਦੇਵੈ ਭਾਈ, ਵੀ ਉਹ ਪਰਮਾਤਮਾ ਭਰਾਵਾਂ ਨੂੰ ਅਲੱਗ ਅਲੱਗ ਕਰਕੇ ਦੇ ਦਿੰਦਾ ਹੈ ਮਾਇਆ। ਭਾਵ ਘੜੀ ਵਿੱਚ ਕਈ ਕੁਝ ਕਰ ਦਿੰਦਾ ਹੈ। ਜਿੱਥੇ ਵੇਖ ਲਓ 20 22 30 ਸਾਲ ਦੋ ਭਰਾ ਇੱਕੇ ਥਾਲੀ 'ਚ ਰੋਟੀ ਖਾਂਦੇ, ਉਹ ਵੱਖਰੇ ਹੋ ਜਾਂਦੇ ਹੈ। ਕਾਹਦੇ ਕਰਕੇ ਹੁੰਦੇ ਹੈ? ਮਾਇਆ ਕਰਕੇ। ਇਹ ਮੇਰਾ ਹਿੱਸਾ, ਇਹ ਤੇਰਾ ਹਿੱਸਾ ਹੈ। ਅਤੇ ਇਹ ਗੁਰੂ ਅਮਰਦਾਸ ਮਹਾਰਾਜ ਬਚਨ ਕੀ ਕਰਦੇ ਆ? ਮਾਇਆ ਕਿਹਨੂੰ ਕਿਹਾ ਮਹਾਰਾਜ ਜੀ ਨੇ? ਇਹ ਮਾਇਆ ਜਿਤ ਹਰ ਵਿਸਰੈ। ਮਾਇਆ ਬੜਾ ਕੀ ਹੈ? ਜਿੱਥੋਂ ਰੱਬ ਵਿਸਰ ਜੇ ਉਹੀ ਮਾਇਆ ਹੈ। ਜਿਹੜਾ ਆਪਾਂ ਕੰਮ ਕਰਦੇ ਆ ਨਾ, ਉਹੀ ਜੇ ਸਾਨੂੰ ਰੱਬ ਭੁਲਾ ਦਿੰਦਾ ਤੇ ਉਹ ਮਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਦੂਜਾ ਲਾਇਆ। ਬਸ ਮੋਹ ਪੈਦਾ ਕਰਦੇ ਹੈ। ਅਤੇ ਜਦੋਂ ਮੋਹ ਪੈਦਾ ਹੋ ਜਾਂਦਾ ਫਿਰ ਤਾਂ ਸਾਧ ਸੰਗਤ ਜੀ ਬਖੇੜੇ ਬਖੇੜੇ ਪੈਦਾ, ਫਿਰ ਤਾਂ ਬਿਪਤਾ ਹੀ ਬਿਪਤਾ ਪੈਦਾ। ਕਿਉਂਕਿ ਜਿੱਥੇ ਮੋਹ ਪੈ ਗਿਆ, ਜਿਹਨੂੰ ਅਸੀਂ ਕਹਿ ਦਿੱਤਾ ਇਹ ਮੇਰਾ ਹੈ, ਜੇ ਉਹਨੂੰ ਕਿਸੇ ਨੇ ਗੱਲ ਕਰ ਦਿੱਤੀ ਅਸੀਂ ਜਰਨੀ ਨਹੀਂ ਹੈ। ਜਦੋਂ ਕਿ ਮਹਾਰਾਜ ਕਹਿੰਦੇ ਆ ਕਿ ਭਾਈ ਇੱਥੇ ਤਾਂ ਆਪਣਾ ਕੁਝ ਵੀ ਨਹੀਂ ਹੈ। ਅਤੇ ਪਿੱਛੇ ਜਿਵੇਂ ਆਪਾਂ ਪੜ੍ਹਿਆ ਵੀ ਇਹ ਜਗਤ ਹੀ ਮਹਾਰਾਜ ਤੇਰਾ ਹੈ। ਜਦੋਂ ਤੇਰਾ ਤਾਂ ਸਭ ਕੁਝ ਤੇਰਾ, ਮੇਰਾ ਤਾਂ ਕੁਝ ਹੈ ਹੀ ਨਹੀਂ ਹੈ। ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੈ ਮੇਰਾ। ਅਤੇ ਸਾਧ ਸੰਗਤ ਜੀ ਇਸ ਪ੍ਰਕਾਰ ਉਹ ਪਰਮਾਤਮਾ ਦੀ ਖੇਡ ਹੈ ਕਿ ਉਹ ਦੋ ਭਰਾਵਾਂ ਨੂੰ, ਭਾਵ ਭਾਈ ਭਾਈਆਂ ਨੂੰ ਵੰਡ ਕੇ ਉਹਨਾਂ ਵਿੱਚ ਮਾਇਆ ਦੇ ਦਿੰਦਾ ਹੈ। ਜਿਸ ਕਰਕੇ ਇਹ ਸਾਰੇ ਮਾਇਆ ਦਾ ਖੇਲ ਹੈ। ਭਾਈ ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਬਚਨ ਕਰਦੇ ਹਨ ਜੀ। ਕਹਾਂ ਸੋ ਘਰ ਦਰ ਮੰਡਪ ਮਹਿਲਾ। ਕਿੱਥੇ ਗਏ ਹੈ ਭਾਈ ਬਾਲਾ ਮਰਦਾਨਾ ਜੀ? ਉਹ ਘਰ ਅਤੇ ਘਰਾਂ ਦੇ ਸੋਹਣੇ ਸੋਹਣੇ ਦਰਵਾਜ਼ੇ ਜੋ ਪਠਾਨਾਂ ਦੇ ਘਰਾਂ ਨੂੰ ਲੱਗੇ ਸੀ। ਕਿੱਥੇ ਆ ਉਹ ਮੰਡਪ ਮੰਦਰ, ਅਤੇ ਕਿੱਥੇ ਉਹ ਮਹਿਲਾ ਕਹੀਏ ਮਹਿਲ, ਅਤੇ ਕਿੱਥੇ ਆ ਉਹ ਘਰ ਮੰਦਰਾਂ ਵਿੱਚ ਮਹਿਲਾਂ ਵਿੱਚ ਰਹਿਣ ਵਾਲੀਆਂ ਮਹਿਲਾ ਕਹੀਏ ਇਸਤਰੀਆਂ। ਹੁਣ ਕਿੱਥੇ ਹੈ? ਕਹਾਂ ਸੋ ਬੰਕ ਸਰਾਏ। ਫਿਰ ਕਿੱਥੇ ਹਨ ਉਹ ਸਰਾਵਾਂ ਐਮਨਾਬਾਦ ਦੀਆਂ? ਕਿੱਥੇ ਹੈ ਉਹ ਮੁਸਾਫਰਖਾਨੇ ਐਮਨਾਬਾਦ ਦੇ? ਕਹਾਂ ਸੋ ਸੇਜ ਸੁਖਾਲੀ ਕਾਮਣ। ਫਿਰ ਕਿੱਥੇ ਹਨ ਉਹ ਸੇਜਾਂ ਸੁੱਖ ਵਾਲੀਆਂ ਅਤੇ ਸੇਜਾਂ ਸੁੱਖ ਵਾਲੀਆਂ ਅਤੇ ਸੌਣ ਵਾਲੀਆਂ ਜਿਹੜੀਆਂ ਕਾਮਣ ਇਸਤਰੀਆਂ ਸਨ ਪਠਾਨਾਂ ਦੀਆਂ ਅਤੇ ਹਿੰਦੂ ਬ੍ਰਾਹਮਣਾਂ ਦੀਆਂ? ਕਿੱਥੇ ਗਈਆਂ ਹਨ? ਜਿਸ ਵੇਖ ਨੀਂਦ ਨਾ ਪਾਈ। ਜਿਨ੍ਹਾਂ ਇਸਤਰੀਆਂ ਨੂੰ ਵੇਖ ਕੇ ਕਾਮ ਦੀ ਦ੍ਰਿਸ਼ਟੀ ਵਾਲਾ ਪੁਰਸ਼ ਅੱਖਾਂ ਵਿੱਚ ਨੀਂਦ ਹੀ ਨਹੀਂ ਸੀ ਪਾਉਂਦੇ। ਪਠਾਨ ਲੋਕ ਆਪਣੇ ਆਪਣੇ ਘਰ ਇਸਤਰੀਆਂ ਦੀ ਸਿਫਤਾਂ ਕਰਦੇ ਸਨ। ਮੇਰੀ ਇਸਤਰੀ ਐਸੀ ਰੂਪ ਵਾਲੀ, ਐਸੀ ਮੇਰੀ ਆਗਿਆਕਾਰੀ ਹੈ। ਗੁਰੂ ਮਹਾਰਾਜ ਕਹਿੰਦੇ ਭਾਈ ਬਾਲਾ, ਭਾਈ ਮਰਦਾਨਾ, ਹੇ ਸੰਤੋ ਮਹਾਂਪੁਰਸ਼ੋ, ਕਿੱਥੇ ਹਨ ਉਹ ਸਭ? ਕਿੱਥੇ ਉਹ ਦਿਖ ਨਹੀਂ ਰਹੀਆਂ ਇਸਤਰੀਆਂ ਜਿਨ੍ਹਾਂ ਨੂੰ ਵੇਖ ਕੇ ਪਠਾਨ ਅੱਖਾਂ ਵਿੱਚ ਨੀਂਦ ਨਹੀਂ ਸੀ ਪਾਉਂਦੇ? ਅੱਜ ਉਹ ਉਹਨਾਂ ਦੀ ਅੱਖਾਂ ਵਿੱਚ ਸਾਹਮਣੇ ਹੈ ਹੀ ਨਹੀਂ ਹੈ। ਕਹਾਂ ਸੋ ਪਾਨ ਤੰਬੋਲੀ ਹਰਮਾ। ਫਿਰ ਕਿੱਥੇ ਹਨ ਉਹ ਪਾਨ ਅਤੇ ਤੰਬੋਲਾ ਕਹੀਏ ਪਾਨਾਂ ਦੇ ਬੀੜੇ ਲਾਉਣ ਵਾਲੀਆਂ ਜਿਹੜੀਆਂ ਹਰਮਾ ਇਸਤਰੀਆਂ ਹੈ, ਉਹ ਵੀ ਕਿਤੇ ਹਨ ਭਾਈ। ਹੋਈਆ ਛਾਈ ਮਾਈ। ਸਭ ਛਾਉ ਮਾਉ ਹੋ ਗਈਆਂ, ਸਭ ਗੁਪਤ ਹੋ ਗਈਆਂ। ਕੁਝ ਤੇ ਪਠਾਨਾਂ ਨੂੰ, ਇਸਤਰੀਆਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਫੜ ਕੇ ਲੈ ਗਏ ਕੌਣ? ਮੁਗਲ ਬਾਬਰ ਹੋਣੀ, ਉਹਨਾਂ ਦੇ ਸਿਪਾਹੀ। ਅਤੇ ਕੁਝ ਜਿਹੜੇ ਹੈ ਉਹ ਸਾਧ ਸੰਗਤ ਜੀ ਮਾਰੇ ਗਏ। ਐਸੀ ਮਾਰ ਵਿੱਚ ਏਤੀ ਮਾਰ ਪਈ ਕੁਰਲਾਣ ਤੈ ਕੀ ਦਰਦ ਨਾ ਆਇਆ। ਇਹੋ ਜਿਹੀ ਮਾਰ ਪਈ ਕਿ ਜਿਹੜੇ ਇਹਨਾਂ ਨੇ ਬੜੇ ਬੜੇ ਗਹਿਣੇ ਗਲਾਂ 'ਚ ਪਾਏ ਹੋਏ ਸੀ, ਉਹ ਸਭ ਜਿਹੜੇ ਗਹਿਣੇ ਵੀ ਲਾ ਲਏ ਅਤੇ ਬੇਪਰਦ ਕਰ ਦਿੱਤਾ। ਕੁੱਟ ਕੁੱਟ ਕੇ, ਮਾਰ ਮਾਰ ਕੇ, ਮੀਡੀਆਂ ਕੇਸ ਉਹ ਵਾਲ ਕੱਟ ਦਿੱਤੇ। ਕੱਟ ਕੱਟ ਕੇ ਦੇ ਮੂੰਹ 'ਚ ਘੱਟਾ ਪਾ ਪਾ ਕੇ, ਸਿਰ 'ਚ ਘੱਟਾ ਪਾ ਪਾ ਕੇ ਪੁੱਛਿਆ ਵੀ ਦੱਸੋ ਮਾਇਆ ਕਿੱਥੇ ਦਬੀ ਹੈ? ਇਹ ਸਾਰਾ ਕਾਰਨ ਕੀ ਹੋਇਆ? ਮਾਇਆ ਦਾ। ਬਾਬਰ ਕੀ ਚਾਹੁੰਦਾ ਸੀ? ਇਲਾਕੇ ਨੂੰ ਜਿੱਤਣਾ। ਜਿੱਤ ਕੇ ਕੀ ਕਰਨਾ ਹੈ ਸਾਧ ਸੰਗਤ ਜੀ? ਉੱਥੋਂ ਦੀ ਮਾਇਆ ਹੜੱਪਣੀ, ਆਪਣਾ ਰਾਜ ਭਾਗ ਕਰਨਾ। ਇੱਥੇ ਦੋ ਪੰਕਤੀਆਂ ਜੋ ਆਈਆਂ ਨਾ ਮਹਾਰਾਜ ਦੀਆਂ ਕਿ ਇਹ ਭਾਈ ਖਿੰਨ ਵਿੱਚ ਪਰਮੇਸ਼ਰ ਥਾਪ ਦਿੰਦਾ ਹੈ ਅਤੇ ਕਰਦਾ ਕੀ ਹੈ ਵੀ ਉਹ ਮਾਇਆ ਕਰਕੇ ਸਭ ਕੁਝ ਹੁੰਦਾ ਹੈ।
ਮਾਇਆ ਕਰਕੇ ਸਭ ਬਖੇੜੇ ਪੈਂਦੇ ਹੈ। ਅਤੇ ਵੇਖ ਲਓ ਕੁਝ ਨਹੀਂ ਰਿਹਾ ਹੈ, ਸਭ ਗੁਪਤ ਹੋ ਗਈਆਂ ਹੈ। ਇਸਤਰੀਆਂ ਉਹ ਜੋ ਜਿਹੜੇ ਪਾਣ ਖਵਾਉਂਦੀਆਂ ਸਨ ਬੀੜੇ ਲਾ ਲਾ ਕੇ ਪਠਾਣਾਂ ਨੂੰ ਅਤੇ ਹਿੰਦੂਆਂ ਨੂੰ ਜਿਹੜੇ ਮੂੰਹ ਲਾਲ ਕਰਦੇ ਸਨ ਖਾ ਖਾ ਕੇ, ਸਭ ਗੁਪਤ ਹੋ ਗਏ ਆ। ਇਸ ਯਰ ਕਾਰਨ ਘਣੀ ਵਿਗੁਤੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸੰਬੋਧਨ ਕਰਦਿਆਂ ਹੋਇਆਂ ਸਾਨੂੰ ਸਾਰੀ ਸੰਗਤ ਨੂੰ ਵੀ ਉਸ ਵੇਲੇ ਵੀ ਅਤੇ ਅੱਜ ਵੀ ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਜਰ ਕਹੀਏ ਮਾਇਆ ਹੈ ਨਾ ਸਾਧ ਸੰਗਤ ਜੀ, ਇਹ ਬਹੁਤ ਵੱਡਾ ਕਾਰਨ ਹੈ ਦੁਨੀਆ ਨੂੰ ਖਰਾਬ ਕਰਨ ਦੇ ਵਿੱਚ। ਇਹ ਸਭ ਕੁਝ ਪਾ ਕੇ ਮਨੁੱਖ ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜਦੋਂ ਇਹ ਕੁਝ ਪਾ ਲੈਂਦਾ ਹੈ ਨਾ ਪੈਸਾ ਧੇਲਾ, ਸੁਭਾਵਿਕ ਹੀ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡਾ ਸੁਭਾਅ ਕਿੱਦਾਂ ਦਾ ਹੋ ਜਾਂਦਾ ਹੈ। ਜੇ ਕਿਸੇ ਨੇ ਸਨਮਾਨ ਨਾ ਕੀਤਾ ਤਾਂ ਵੀ ਗੁੱਸਾ, ਅਤੇ ਜੇ ਕਿਸੇ ਨੇ ਆਓ ਭਗਤ ਗਿਆ ਨਾ ਕੀਤੀ ਤਾਂ ਵੀ ਗੁੱਸਾ। ਜਿਸ ਕੋ ਪੈਸਾ ਹੈ ਸਾਧ ਸੰਗਤ ਜੀ ਉਹਦੀ ਚਾਲ ਚੱਲਣ ਵੱਖਰੇ ਹੋ ਜਾਂਦੇ ਹੈ। ਇਹ ਮਾਇਆ ਗੁਰੂ ਘਰਾਂ 'ਚ ਵੀ ਹੈ, ਸਾਡੇ ਕੋਲ ਵੀ ਹੈ, ਪਰ ਬੜਾ ਫਰਕ ਹੈ। ਸਾਡੇ ਕੋਲ ਆਈ ਅਸੀਂ ਨਾਲ ਹੀ ਬਦਫੈਲੀਆਂ ਸ਼ੁਰੂ ਕਰ ਦਿੰਦੇ ਹਾਂ, ਨਾਲ ਹੀ ਅਸੀਂ ਆਪਣੇ ਕੰਮ ਇਹੋ ਜਿਹੇ ਉਲਟੇ ਸਿੱਧੇ ਕਰਦੇ ਹਾਂ। ਮੈਂ ਡਰਦਾ ਨਹੀਂ ਹਾਂ, ਮੈਂ ਜੇ ਕਰ ਦਾਂਗਾ, ਮੈਂ ਉਹ ਕਰ ਦਾਂਗਾ। ਅਤੇ ਇਹ ਜਿਹੜੀ ਮਾਇਆ ਹੈ ਘਣੀ ਵਿਗੁੱਤੀ ਬਹੁਤ ਸਾਧ ਸੰਗਤ ਜੀ ਇਹ ਜੀਵਾਂ ਨੂੰ ਖਰਾਬ ਕਰ ਰਹੀ ਹੈ। ਇਨ ਜਰ ਘਣੀ ਖੁਆਈ, ਇਸ ਮਾਇਆ ਨੇ ਉਸ ਰੱਬ ਵੱਲੋਂ ਭੁਲਾ ਦਿੱਤਾ ਬੰਦੇ ਨੂੰ, ਰੱਬ ਨੂੰ ਚੇਤੇ ਨਹੀਂ ਕਰਦਾ ਹੈ। ਰਾਤ ਜੇ ਸੋਵ ਹੈ ਦਿਨ ਕਰ ਹੈ ਕਾਮ, ਇੱਕ ਖਿਨ ਲੇਹ ਨ ਹਰ ਕੋ ਨਾਮ। ਮਾਰੇ ਕਹਿੰਦੇ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੇ ਜਗ ਕਮਲਾ ਫਿਰੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਸੰਸਾਰ ਕਮਲਾ ਹੋਇਆ ਫਿਰਦਾ ਹੈ। ਕਮਲੇ ਦਾ ਕੰਮ ਕੀ ਹੁੰਦਾ? ਭੱਜੇ ਫਿਰਨਾ। ਅਤੇ ਵੇਖ ਲਓ ਮਾਇਆ ਦੇ ਆਪਾਂ ਜਦੋਂ ਪਹੁੰਚ ਪਿੱਛੇ ਪੈਂਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਮੈਂ ਕੁਝ ਬਣ ਕੇ ਵਿਖਾਉਣਾ, ਬਹੁਤ ਤਗੜਾ ਆਦਮੀ, ਅਤੇ ਭੱਜੇ ਫਿਰਦੇ ਨਾ ਰਾਤ ਦਿਨ। ਸਿਮਰਨ ਕਰਨ ਵਾਸਤੇ ਭੱਜਣ ਦੀ ਲੋੜ ਨਹੀਂ, ਉਹਦੀ ਇੱਕ ਥਾਂ ਹੀ ਬੈਠ ਕੇ ਹੋ ਸਕਦਾ ਹੈ, ਘਰ ਵਿੱਚ ਬੈਠ ਕੇ ਹੋ ਸਕਦਾ ਹੈ, ਤਰੀਕੇ ਨਾਲ ਹੋ ਸਕਦਾ ਹੈ, ਸ਼ਾਂਤੀ ਨਾਲ ਹੋ ਸਕਦਾ ਹੈ, ਕੋਈ ਕਾਹਲੀ ਨਹੀਂ ਹੈ। ਪਰ ਇਸ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈ। ਭਗਤਾਂ ਨੇ ਸਾਧ ਸੰਗਤ ਜੀ ਇਸ ਨੂੰ ਛੱਡ ਕੇ ਕੀ ਕੀਤਾ ਹੈ? ਨਾਮ ਜਪਿਆ ਹੈ। ਪਰ ਸੰਸਾਰ ਦੇ ਲੋਕਾਂ ਨੇ ਉਹਨਾਂ ਭਗਤਾਂ ਨੂੰ ਕੀ ਕਿਹਾ? ਕਮਲੇ ਹੋ ਗਏ ਹੈ। ਜਿਹੜੇ ਇਸ ਸੰਸਾਰ 'ਚ ਉਲਟੀ ਰੀਤੀ ਹੈ। ਗੁਰੂ ਮਹਾਰਾਜ ਕਹਿੰਦੇ ਹੈ ਬਿਨ ਨਾਵੈ ਜਗ ਕਮਲਾ ਫਿਰੈ, ਨਾਮ ਤੋਂ ਬਿਨਾਂ ਸੰਸਾਰ ਕਮਲਾ ਹੋਇਆ ਫਿਰਦਾ। ਸੰਸਾਰ ਦੇ ਲੋਕ ਕਹਿੰਦੇ ਆ ਕਿ ਭਗਤ ਕਮਲੇ ਹੋਏ ਫਿਰਦੇ ਆ। ਇਹੀ ਕੰਮ ਬਸ ਰਹਿ ਗਿਆ, ਵਾਹਿਗੁਰੂ ਵਾਹਿਗੁਰੂ ਸਤਿਨਾਮ ਸਤਿਨਾਮ, ਇਹੀ ਕੁਝ ਕਰੀ ਜਾਂਦੇ ਆ। ਅਤੇ ਪਰ ਵੇਖ ਲਓ ਜਿਨ੍ਹਾਂ ਨੂੰ ਸੰਸਾਰ ਕਮਲਾ ਕਵੇ, ਉਹ ਰੱਬ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਉਹ ਸਿਆਣੇ ਹੁੰਦੇ ਆ। ਜੋ ਸੰਸਾਰ ਵਿੱਚ ਸਿਆਣੇ ਆ ਉਹ ਰੱਬ ਦੇ ਘਰ ਵਿੱਚ ਕਮਲੇ ਹੁੰਦੇ ਆ, ਕਿਉਂਕਿ ਪਰਮਾਤਮਾ ਦਾ ਨਾਮ ਹਮੇਸ਼ਾ ਹੀ ਭੋਲੇ ਭਾਅ ਨਾਲ ਜਪਿਆ ਜਾਂਦਾ ਹੈ। ਅਤੇ ਰੱਬ ਨੂੰ ਉਹੀਓ ਚੰਗੇ ਲੱਗਦੇ ਜੋ ਉਹਦਾ ਸਿਮਰਨ ਕਰਦੇ ਆ। ਅਤੇ ਜੋ ਉਸ ਰੱਬ ਦੇ ਦਿੱਤੇ ਹੋਏ ਸਰੀਰ ਨੂੰ ਪਾ ਕੇ, ਉਹਦੇ ਦਿੱਤੇ ਹੋਏ ਸਵਾਸਾਂ ਨੂੰ ਪਾ ਕੇ, ਉਹਦੇ ਦਿੱਤੇ ਹੋਏ ਘਰ ਬਾਰ ਧੀਆਂ ਪੁੱਤਰਾਂ ਨੂੰ ਪਾ ਕੇ ਉਹਨੂੰ ਭੁਲਾਈ ਫਿਰਦੇ, ਉਹ ਰੱਬ ਨੂੰ ਕਾਹਦੇ ਪਿਆਰੇ ਹੈ। ਇਸ ਕਰਕੇ ਆਪਾਂ ਕਰਨਾ ਕੀ ਹੈ ਕਿ ਜਿਸ ਨੇ ਦਾਤ ਦਿੱਤੀ ਉਹਨੂੰ ਚੇਤੇ ਕਰਨਾ ਹੈ, ਦਾਤ ਨੂੰ ਚੇਤੇ ਨਹੀਂ ਕਰਨਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਆਪਾਂ ਇੱਦਾਂ ਨਹੀਂ ਰਹਿਣਾ ਹੈ ਕਿ ਦਾਤਾਂ ਲੈ ਲਈ, ਹੱਥ ਜੋੜ ਜੋੜ ਕੇ ਕੋਈ ਪਦਾਰਥ ਮੰਗ ਲਿਆ, ਮਹਾਰਾਜ ਦੇ ਦਿਓ ਦੇ ਦਿਓ, ਜਦੋਂ ਦੇ ਦਿੱਤਾ ਫਿਰ ਆਪਾਂ ਗੁਰੂ ਘਰ ਵੀ ਛੱਡ ਦਿੰਦੇ ਹਾਂ। ਫਿਰ ਅਸੀਂ ਕੀ ਕਹਿੰਦੇ ਹਾਂ? ਭਾਈ ਸਮਾਂ ਹੀ ਨਹੀਂ ਸੀ ਲੱਗਾ, ਤੂੰ ਜਾ ਕੇ ਮੇਰੇ ਪੈਸੇ ਚੜ੍ਹਾਈ। ਪਹਿਲਾਂ ਆਪਾਂ ਮੰਗਦੇ ਰਹੇ ਹਾਂ, ਹੱਥ ਜੋੜ ਜੋੜ ਮੰਗਦੇ ਹਾਂ, ਕੋਈ ਥਾਂ ਨਹੀਂ ਛੱਡਦੇ ਹਾਂ। ਕਾਰਨ ਕੀ ਹੈ? ਜਿਤ ਹਰ ਵਿਸਰੇ ਮੋਹ ਉਪਜਿਆ, ਮੋਹ ਕਰਕੇ ਹਮ ਸਭ ਕੁਝ ਕਰਦੇ ਹਾਂ। ਅਤੇ ਸਾਧ ਸੰਗਤ ਜੀ ਆਪਾਂ ਕਰਨਾ ਕੀ ਹੈ? ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਭ ਕੁਝ ਪਾ ਕੇ ਵੀ ਨਿਰਲੇਪ ਰਹਿ ਕੇ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਆ। ਇਸ ਮਾਇਆ ਨੇ ਬਹੁਤ ਭੁਲਾਇਆ ਹੋਇਆ ਦੁਨੀਆ ਨੂੰ ਪਰਮਾਤਮਾ ਵੱਲੋਂ।
ਪਾਪਾਂ ਬਾਝੋਂ ਹੋਵੇ ਨਾਹੀ ਮਰ। ਕਹਿੰਦੇ ਹੈ ਇਹ ਜਿਹੜੀ ਮਾਇਆ ਭਾਈ ਪਾਪਾਂ ਬਾਝੋਂ ਹੁੰਦੀ ਵੀ ਨਹੀਂ ਹੈ। ਮਿਹਨਤ ਮਸ਼ੱਕਤ ਕਰਦਿਆਂ ਤੇ ਸਾਧ ਸੰਗਤ ਜੀ ਬਹੁਤ ਪਸੀਨਾ ਆ ਜਾਂਦਾ ਹੈ। ਅਤੇ ਜਦੋਂ ਆਪਾਂ ਬਹੁਤ ਵੱਡਾ ਕਾਰਜ ਕਰਦੇ ਹਾਂ ਫਿਰ ਤਾਂ ਕਿਸੇ ਨੂੰ ਨਸ਼ਾ ਵੇਚ ਕੇ, ਕਿਸੇ ਨੂੰ ਕਿਸੇ ਤਰ੍ਹਾਂ ਮਾਰ ਕਾਟ ਕਰਕੇ, ਕਿਸੇ ਨੂੰ ਲੁੱਟ ਕੇ ਮਾਇਆ ਇਕੱਠੀ ਕਰਦੇ ਹਾਂ, ਲੋਕਾਂ ਦਾ ਹੱਕ ਮਾਰ ਮਾਰ ਕੇ ਇਕੱਠੀ ਕਰਦੇ ਹਾਂ। ਪਾਪਾਂ ਬਾਝੋਂ ਇਹ ਇਕੱਠੀ ਭਾਈ ਹੁੰਦੀ ਨਹੀਂ ਹੈ, ਕਿਉਂਕਿ ਇਹਦਾ ਸੁਭਾਅ ਹੈ ਮਿਹਨਤ ਮਸ਼ੱਕਤ ਕਰਦਿਆਂ ਸਾਧ ਸੰਗਤ ਜੀ ਕਿੰਨੇ ਕੁ ਪੈਸੇ ਕੋਈ ਸਾਨੂੰ ਦੇ ਦਊਗਾ, ਕਿੰਨੇ ਕੁ ਕੋਈ ਪੈਸੇ ਸਾਨੂੰ ਦੇ ਦਊਗਾ। ਪਰ ਜੇ ਲੁੱਟਣ ਦੇ ਆਏ ਤਾਂ ਭਾਵੇਂ ਇੱਕ ਦਿਨ 'ਚ 50 ਲੱਖ ਰੁਪਇਆ ਲੁੱਟ ਲਈਏ। ਇਸ ਕਰਕੇ ਪਾਪਾਂ ਬਾਝੋਂ ਹੁੰਦੀ ਨਹੀਂ। ਸੱਜਣ ਠੱਗ ਵੀ ਇਹੀ ਕੁਝ ਕਰਦਾ ਸੀ, ਰਾਤ ਪ੍ਰਸ਼ਾਦਾ ਛਕਾਉਂਦਾ ਅਤੇ ਅੱਧੀ ਰਾਤ ਨੂੰ ਕਤਲ ਕਰ ਦਿੰਦਾ ਸੀ ਮਨੁੱਖ ਨੂੰ। ਵਾਲਮੀਕ ਨੇ ਵੀ ਇਹੀ ਕੁਝ ਕੀਤਾ, ਮਾਇਆ ਇਕੱਠੀ ਕਰਨ ਵਾਸਤੇ ਨਿੱਤ ਬੰਦੇ ਮਾਰ ਕੇ ਪੈਸੇ ਲਿਆ ਕਰਨੇ ਅਤੇ ਲੁੱਟ ਲਿਆ ਕਰਨੇ। ਕਾਰੂ ਬਾਦਸ਼ਾਹ ਨੇ ਵੀ 40 ਗੰਜ ਜੋੜੇ ਹੈ ਅਤੇ ਲੋਕਾਂ ਦਾ ਘਾਣ ਕਰ ਕਰਕੇ ਕਬਰਾਂ 'ਚੋਂ ਪੁੱਟ ਪੁੱਟ ਕੇ ਰੁਪਈਏ ਕੱਢ ਕੱਢ ਕੇ। ਅਤੇ ਜੇ ਹਮੀਦ ਕਾਰੂ ਨੇ 45 ਗੰਜ ਜੋੜੇ ਹੈ, ਉਹਨੇ ਵੀ ਲੋਕਾਂ ਦਾ ਘਾਣ ਕਰਕੇ। ਇਸੇ ਤਰ੍ਹਾਂ ਪਾਪਾਂ ਬਾਝੋਂ ਹੋਵੇ ਨਹੀਂ, ਪਾਪਾਂ ਤੋਂ ਬਿਨਾਂ ਹੁੰਦੀ ਨਹੀਂ ਹੈ। ਵੇਖ ਲਓ ਗੁਰੂ ਘਰ ਵੀ ਮਾਇਆ ਬਹੁਤ ਹੈ, ਕੋਈ ਕਮੀ ਨਹੀਂ ਹੈ, ਪਰ ਇੱਥੇ ਕਿਸੇ ਨੂੰ ਹੈ ਕਿ ਕਿਸੇ ਕੋਲ ਗਲ ਤੋਂ ਫੜ ਕੇ ਕਿਸੇ ਕੋਲ ਮਾਇਆ ਲਈ ਹੋਵੇ, ਭਾਈ ਤੂੰ ਪੈਸੇ ਕੱਢ ਇੱਥੇ ਪੈਸੇ ਰੱਖ, ਕੋਈ ਨਹੀਂ ਕਹਿੰਦਾ ਹੈ ਨਾ। ਪਰ ਬਾਹਰ ਇਹ ਕੁਝ ਚੱਲਦਾ ਹੈ, ਧੱਕਾ ਵੀ ਚੱਲਦਾ ਹੈ। ਪਰ ਗੁਰੂ ਘਰ ਵਿੱਚ ਜੋ ਕੁਝ ਵੀ ਆ ਰਿਹਾ ਨਾਲੋਂ ਨਾਲ ਹੀ ਲੱਗਦਾ ਜਾਂਦਾ ਹੈ। ਕਿੰਨੀ ਸੰਗਤ ਲੱਖਾਂ ਦੀ ਤਾਦਾਦ ਵਿੱਚ ਆਉਂਦੀ ਹੈ, ਛਕ ਛਕ ਜਾਂਦੀ ਹੈ, ਸਭ ਦਾ ਸਨਮਾਨ ਇੱਕ ਬਰਾਬਰ ਹੈ। ਇਸ ਪ੍ਰਕਾਰ ਭਾਈ ਮਾਇਆ ਅਤੇ ਗੁਰੂ ਘਰ ਵੀ ਹੈ, ਐਸਾ ਨਹੀਂ ਹੈ। ਕਿਉਂਕਿ ਕਈ ਕਹਿ ਦਿੰਦੇ ਸੁਣ ਕੇ, ਲਓ ਮਾਇਆ ਮਾਇਆ ਕਰੀ ਜਾਂਦੇ, ਮਾਇਆ ਤੋਂ ਬਿਨਾਂ ਕੰਮ ਕਿਹੜਾ ਹੁੰਦਾ ਇੱਥੇ। ਸਾਰੇ ਕੰਮ ਮਾਇਆ ਨਹੀਂ ਹੁੰਦੇ, ਕਿਉਂਕਿ ਪਰਮਾਤਮਾ ਦੀ ਬਣਾਈ ਹੋਈ ਇੱਕ ਅੰਸ਼ ਆ। ਪਰ ਸਾਧ ਸੰਗਤ ਜੀ, ਪਰ ਇਸ ਮਾਇਆ ਨੂੰ ਵਰਤਣ ਦਾ ਤਰੀਕਾ ਹੈ। ਜਿਹੜੇ ਗੁਰਮੁਖ ਪਿਆਰੇ ਹੈ ਨਾ, ਸੰਤ ਮਹਾਤਮਾ, ਕਰੋੜਾਂ ਰੁਪਈਏ ਪੈਰਾਂ 'ਚ ਰਹਿੰਦੇ, ਉਹਨਾਂ ਦੇ ਚਰਨਾਂ 'ਚ ਰਹਿੰਦੇ, ਦਾਸੀ ਬਣ ਕੇ ਰਹਿੰਦੀ ਮਾਇਆ, ਪਰ ਉਹ ਫਿਰ ਵੀ ਕਿੱਦਾਂ ਰਹਿੰਦੇ ਆ, ਇੱਕੋ ਹੀ ਵਸਤਰ ਹੁੰਦਾ ਉਹਨਾਂ ਦਾ, ਚਿੱਟਾ ਹੀ ਵਸਤਰ ਪਾਏ ਹੁੰਦੇ ਆ। ਕੋਈ ਨਾਂ 'ਤੇ ਨਹੀਂ ਕੁਝ ਵੀ ਹੁੰਦਾ, ਜਿਹਦੇ ਨਾਂ 'ਤੇ ਹੈ ਉਹ ਪਰਮੇਸ਼ਰ ਦਾ ਸੰਤ ਵੀ ਨਹੀਂ ਹੈ। ਇਸ ਕਰਕੇ ਪਾਪਾਂ ਤੋਂ ਬਿਨਾਂ ਇਹ ਮਾਇਆ ਭਾਈ ਇਕੱਠੀ ਹੁੰਦੀ ਨਹੀਂ ਹੈ। ਮੋਇਆ ਸਾਥ ਨਾ ਜਾਏ ਅਤੇ ਮਰਿਆਂ ਇਹ ਸਾਥ ਨਹੀਂ ਜਾਂਦੀ ਹੈ। ਜਿੰਨਾ ਕੁਝ ਵੀ ਜੋੜਦੇ ਹਾਂ ਸਭ ਕੁਝ ਹੀ ਸਾਧ ਸੰਗਤ ਜੀ ਉਹ ਖਤਮ ਹੋ ਜਾਂਦਾ ਹੈ। ਜਦੋਂ ਬੰਦਾ ਜਾਂਦਾ ਸਭ ਕੁਝ ਉਹਦੇ ਇੱਥੇ ਰਹਿ ਜਾਂਦਾ ਹੈ। ਮੋਇਆ ਸਾਥ ਵੀ ਨਹੀਂ ਜਾਂਦੀ, ਸਗੋਂ ਜਿਹੜਾ ਇਹਦੀ ਰਾਖੀ ਕਰਦਾ, ਰਖਵਾਰੇ ਕਾ ਹੋਏ ਵਿਨਾਸ਼, ਇਹਾਂ ਨਰਕ ਆਗੇ ਭੋਗ ਬਿਲਾਸ। ਇੱਥੇ ਜਿਹੜਾ ਭੋਗ ਬਿਲਾਸ ਕਰਦਾ ਹੈ, ਅੱਗੇ ਨੂੰ ਨਰਕ ਮਿਲਦਾ ਹੈ ਅਤੇ ਰਖਵਾਰੇ ਦਾ ਨਾਸ ਹੋ ਜਾਂਦਾ, ਮਾਇਆ ਫਿਰ ਖਤਮ ਨਹੀਂ ਹੁੰਦੀ। ਆ 10 ਰੁਪਏ ਥੋੜ੍ਹੀ ਖਤਮ ਹੁੰਦੇ, ਸਾਡੇ ਹੱਥੋਂ ਚੱਲ ਜਾਂਦੇ 10 ਰੁਪਏ ਤਾਂ ਉੱਥੇ ਰਹਿੰਦੇ, ਕਦੀ ਕਿਸੇ ਕੋ। ਇਸ ਪ੍ਰਕਾਰ ਭਾਈ ਮੋਇਆ ਸਾਥ ਨਹੀਂ ਜਾਂਦੀ ਹੈ। ਜਿਸ ਨੂੰ ਆਪ ਖੁਆਏ ਕਰਦਾ ਗੱਲ ਕੀ, ਜਿਸ ਨੂੰ ਪਰਮੇਸ਼ਰ ਆਪ ਸੰਗਤ ਜੀ ਉਹਦੇ ਬੰਦੇ ਦੇ ਔਗਣ ਵੇਖ ਕੇ ਭੁਲਾ ਦੇਵੇ ਨਾ, ਜਿਹਨੂੰ ਉਹ ਮਾਲਕ ਵਿਛੋੜ ਦੇਵੇ। ਖੁਸ ਲੈ ਚੰਗਿਆਈ, ਤਕਰੀਬਨ ਉਹਦੀ ਸਭ ਤੋਂ ਪਹਿਲਾਂ ਰੱਬ ਚੰਗਿਆਈ ਖੋਹ ਲੈਂਦਾ। ਜਿਹਨੂੰ ਮਹਾਰਾਜ ਨੇ ਵਿਛੋੜਨਾ ਹੁੰਦਾ ਨਾ, ਕਿਉਂਕਿ ਜਿਹੜਾ ਮਹਾਰਾਜ ਦੇ ਹੁਕਮ ਵਿੱਚ ਨਹੀਂ ਰਹਿੰਦਾ, ਥੱਲੇ ਉਹ ਸ਼ਬਦ ਵਿੱਚ ਆਉਂਦਾ ਹੈ, ਉਹਨੂੰ ਮਹਾਰਾਜ ਆਪ ਹੀ ਵਿਛੋੜ ਦਿੰਦੇ। ਜਿਹੜਾ ਦੇ ਭਾਣੇ 'ਚ ਨਹੀਂ ਰਹਿੰਦਾ, ਜਿਹੜਾ ਦੇ ਹੁਕਮ 'ਚ ਨਹੀਂ ਰਹਿੰਦਾ, ਉਹਦੀ ਮੱਤ ਨੂੰ ਨਹੀਂ ਮੰਨਦਾ, ਉਸ ਮਾਲਕ ਨੂੰ ਆਪ ਹੀ ਵਿਛੋੜ ਦਿੰਦਾ ਹੈ। ਸਭ ਤੋਂ ਪਹਿਲਾਂ ਚੰਗਿਆਈ ਖੋਹ ਲੈਂਦਾ ਹੈ ਮਾਲਕ। ਵੇਖ ਲਓ, ਜੇ ਸਾਡੇ ਨਾਲ ਕੋਈ ਸਾਧ ਸੰਗਤ ਸਾਡੇ ਕੋਈ ਮੰਨੇ ਹੀ ਨਾ, ਆਪਾਂ ਕਹਿੰਦੇ ਜਾ ਭਰਾ ਤੂੰ ਜੋ ਕਰਨਾ ਕਰ, ਅਸੀਂ ਤੈਨੂੰ ਛੱਡਿਆ। ਆਪਾਂ ਆਪ ਹੀ ਤਾਂ ਪਿੱਛੇ ਛੱਡ ਦਿੰਦੇ ਹਾਂ ਨਾ। ਇਸੇ ਤਰ੍ਹਾਂ ਜਦੋਂ ਬੰਦਾ ਰੱਬ ਦੀ ਮੰਨਦਾ ਹੀ ਨਹੀਂ ਹੈ, ਜਨਮ ਪਾਏ ਕਛ ਭਲੋ ਨਾ ਕੀਨੋ, ਮੰਨਣ 'ਤੇ ਆਉਂਦਾ ਹੀ ਨਹੀਂ ਹੈ, ਫਿਰ ਉਹ ਮਾਲਕ ਸਭ ਤੋਂ ਪਹਿਲਾਂ ਚੰਗਿਆਈ ਖਵਾਉਂਦਾ, ਫਿਰ ਉਹਨੂੰ ਖੁਆਰ ਕਰਕੇ ਰੱਖ ਦਿੰਦਾ ਹੈ। ਇਸ ਕਰਕੇ ਭਾਈ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਗੁਰੂ ਅੱਗੇ ਬੇਨਤੀ ਕਰਨੀ, ਮਹਾਰਾਜ ਸਾਡੇ ਵੱਸ ਕੁਝ ਵੀ ਨਹੀਂ ਹੈ, ਅਸੀਂ ਮਹਾਰਾਜ ਭੁੱਲਣਹਾਰ ਜੀਵਾਂ, ਬੱਚੇ ਹਾਂ, ਅਣਜਾਣਿਆਂ, ਕਿਰਪਾ ਕਰੋ ਕਿ ਸਾਨੂੰ ਨਾਮ ਬਾਣੀ ਦਾ ਆਸਰਾ ਦਿਓ, ਜਿਸ ਕਰਕੇ ਤੁਹਾਡੇ ਚਰਨਾਂ ਨਾਲ ਜੁੜ ਸਕੀਏ ਜੀ। ਸਤਿਗੁਰੂ ਮਹਾਰਾਜ ਜੀ ਦੇ ਵੇਖੋ ਬਲੀਦਾਨ ਦਿੱਤੇ ਨੂੰ ਜਾਣਦੇ ਹੋਏ, ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦੇ ਹੋਏ, ਜੋ ਗੁਰੂ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਹੈ, ਉਸ ਸੇਧ 'ਤੇ ਆਪਾਂ ਚੱਲੀਏ। ਅਤੇ ਗੁਰ ਕੀ ਮਤ ਤੂੰ ਲੇਹ ਏ ਆਨੇ
ਭਗਤ ਬਿਨਾ ਬਹੁਤ ਡੂਬੇ ਸੇ ਨੇ। ਗੁਰੂ ਦੀ ਮੱਤ ਲਈਏ। ਗੁਰੂ ਦੀ ਮੱਤ ਕੀ ਹੈ? ਸਭ ਤੋਂ ਪਹਿਲਾਂ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਕੇਸ ਰੱਖਣ, ਜਿਨ੍ਹਾਂ ਨੇ ਕੇਸ ਰੱਖੇ ਆ ਉਹ ਭਾਈ ਅੰਮ੍ਰਿਤ ਛਕਣ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਨਿਤਨੇਮੀ ਹੋਣ। ਇਹ ਨਹੀਂ ਕਿ ਅੰਮ੍ਰਿਤ ਛਕ ਲਿਆ ਨਿਤਨੇਮੀ ਨਾ ਕਰਨ, ਸਾਰਾ ਕੁਝ ਤੇ ਨਾਮ ਨੇ ਕਰਨਾ ਹੈ, ਤੇ ਨਾਮ ਵੀ ਜਪਣ, ਨਿਤਨੇਮ ਕਰਨ, ਸੇਵਾ ਕਰਨ, ਚੰਗੇ ਗੁਣ ਬਣਾਉਣੇ ਆ, ਮਾੜੇ ਜਿਹੜੇ ਤਿਆਗਣੇ ਆ। ਇਹ ਸਾਡੇ ਵਾਸ ਨਹੀਂ, ਸਭ ਕੁਝ ਗੁਰੂ ਦੇ ਵਾਸ ਹੀ। ਆਪਾਂ ਬੇਨਤੀ ਕਰਨੀ ਮਹਾਰਾਜ ਸਾਡੇ ਆਪਣੇ ਚਰਨਾਂ ਨਾਲ ਮਹਾਰਾਜ ਜੀ ਸਾਨੂੰ ਲਾ ਲਓ ਜੀ। ਸੋ ਸਾਧ ਸੰਗਤ ਜੀ, ਇਹ ਪਾਵਨ ਸ਼ਬਦ ਦੀ ਵਿਚਾਰ 3 ਪਦਿਆਂ ਤੱਕ ਹੋਈ ਹੈ, ਜੇ 4 ਪਦੇ ਬਾਕੀ ਹੈ। ਇਹਨਾਂ ਦੀ ਵਿਚਾਰ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਗਿਆਨੀ ਸਾਹਿਬਾਨ ਸਿੰਘ ਸਾਹਿਬਾਨ ਆਪ ਜੀ ਸਰਵਣ ਕਰਾਉਣਗੇ ਜੀ। ਸੋ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਬੇਅੰਤ ਬੇਅੰਤ ਨਮਸਕਾਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਬੇਅੰਤ ਬੇਅੰਤ ਸ਼ੁਕਰਾਨਾ, ਜਿਸ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਪਾਵਨ ਸਥਾਨ 'ਤੇ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੇਵਾਦਾਰਾਂ ਦਾ, ਸਿੰਘ ਸਾਹਿਬਾਨਾਂ ਦਾ, ਸਾਰੇ ਸਿੱਖਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਸਹਿਯੋਗ ਨਾਲ ਇਸ ਪਾਵਨ ਸਥਾਨ 'ਤੇ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜੀ। ਸਾਧ ਸੰਗਤ ਜੀ ਬਖਸ਼ਣੀ ਅਸੀਸ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅੱਜ ਇੱਥੇ ਵਿਚਾਰਾਂ ਦੀ ਸਮਾਪਤੀ ਹੈ। ਗੱਜ ਵੱਜ ਕੇ ਸਾਰੀ ਸੰਗਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾ